एंड वेलकम बच्चों। ਤੁਸੀਂ ਸਾਰੇ ਬੜੇ ਕਾਹਲੇ ਸੀ ਕਿ ਆਪਾਂ ਸੈਕੰਡ ਯੂਨਿਟ ਸ਼ੁਰੂ ਕਰੀਏ, ਤਾਂ ਸੋ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। ਸੈਕੰਡ ਯੂਨਿਟ ਬਹੁਤ ਸੌਖਾ ਯੂਨਿਟ ਉਹਨਾਂ ਬੱਚਿਆਂ ਲਈ ਜਿਨ੍ਹਾਂ ਨੇ ਪਹਿਲਾ ਯੂਨਿਟ ਧਿਆਨ ਨਾਲ ਪੜ੍ਹਿਆ ਹੋਇਆ। ਮੇਰੇ ਪਹਿਲੇ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਸਿੱਧੀ ਸਮਝਾਤੀ ਸੀਗੀ ਕਿ +2 ਦੀ ਫਿਜ਼ਿਕਸ ਜਿਹੜੀ ਏ ਇਹਦੇ ਵਿੱਚ ਪਹਿਲੇ 4 ਯੂਨਿਟ ਜਿਹੜੇ ਨੇ ਰਾਦਰ ਪਹਿਲੇ 5 ਯੂਨਿਟ ਜਿਹੜੇ ਨੇ ਉਹ ਇੱਕ ਦੂਜੇ ਨਾਲ ਬਿਲਕੁਲ ਜੁੜੇ ਹੋਏ ਨੇ। ਜੇ ਤੁਹਾਨੂੰ ਪਹਿਲਾ ਯੂਨਿਟ ਬਹੁਤ ਅੱਛਾ ਹੁੰਦਾ, ਮੈਂ ਗੱਲ ਉਹਨਾਂ ਬੱਚਿਆਂ ਦੀ ਕਰ ਰਿਹਾ ਜਿਹੜੇ ਗੁਜ਼ਾਰੇ ਲਈ ਨਹੀਂ ਪੜ੍ਹਦੇ, ਜਿਹੜੇ ਸ਼ੌਂਕ ਲਈ ਪੜ੍ਹਦੇ ਨੇ, ਜਿਨ੍ਹਾਂ ਨੂੰ ਇਹ ਲੱਗਦਾ ਕਿ ਉਹਨਾਂ ਨੂੰ ਵਧੀਆ ਕੰਮ ਹੋਣਾ ਚਾਹੀਦਾ, ਸਮਝਦੇ ਹੋ? ਤਾਂ ਹੁਣ ਜੇ ਪਹਿਲਾ ਯੂਨਿਟ ਵਧੀਆ ਆਉਂਦਾ ਤਾਂ ਤੁਹਾਨੂੰ ਸੈਕੰਡ ਯੂਨਿਟ ਵਧੀਆ ਆਏਗਾ, ਜੇ ਸੈਕੰਡ ਯੂਨਿਟ ਵਧੀਆ ਆਉਂਦਾ ਤਾਂ ਥਰਡ ਵਧੀਆ ਆਏਗਾ, ਜੇ ਥਰਡ ਵਧੀਆ ਆਉਂਦਾ ਐਂਡ ਤਾਂ ਇੱਦਾਂ ਅਗਲੇ ਯੂਨਿਟ ਵਧੀਆ ਆਉਣਗੇ। ਸੋ ਇਹ ਧਿਆਨ 'ਚ ਰੱਖਣਾ, ਠੀਕ ਹੈ? ਇਸ ਕਰਕੇ ਜੇ ਤੁਹਾਨੂੰ ਪ੍ਰੋਬਲਮ ਆਉਂਦੀ ਹੈ, ਇਹਦਾ ਮਤਲਬ ਹੈ ਕਿ ਤੁਹਾਡੀ ਪਿਛਲੀ ਤਿਆਰੀ ਵਧੀਆ ਨਹੀਂ ਹੈਗੀ। ਮੈਂ ਤੁਹਾਨੂੰ ਰਿਮਾਈਂਡ ਕਰਾਉਂਦਾ ਰਹੂੰਗਾ ਕਿਹੜੇ ਟੌਪਿਕ ਤੁਸੀਂ ਪਿਛਲੇ ਦੁਬਾਰਾ ਰਿਵਾਈਜ਼ ਕਰਨੇ ਆ, ਦੁਬਾਰਾ ਨਾਲ ਰਿਵਾਈਜ਼ ਕਰਦੇ ਜਾਣਾ। +2 ਦੀ ਫਿਜ਼ਿਕਸ ਬੇਟਾ ਬਹੁਤ ਸੌਖੀ ਹੈ, ਠੀਕ ਹੈ? ਐਂਡ ਤੁਹਾਡੀ ਗੱਲ ਦਾ ਇਸ ਗੱਲ ਦਾ ਵੀ ਆਨਸਰ ਦੇ ਦਿਆਂ ਕਿ ਮੈਂ ਪਿਛਲੇ 3-4 ਦਿਨ ਤੋਂ ਕਨਫਿਊਜ਼ ਵੀ ਬਹੁਤ ਜ਼ਿਆਦਾ ਸੀਗਾ। ਕਨਫਿਊਜ਼ਨ ਕਿਸ ਗੱਲ ਦੀ ਸੀਗੀ? ਜਿੱਦਾਂ ਮੈਂ ਤੁਹਾਡੇ ਕਪੈਸਿਟਰ ਦਾ ਇੱਕ ਲੈਕਚਰ ਹੋਰ ਰਿਕਾਰਡ ਕਰ ਚੁੱਕਿਆ ਹੋਇਆ ਐਂਡ ਅਗੇਨ ਉਹ ਨੂਮੈਰੀਕਲ ਦਾ। ਐਂਡ ਜੇ ਤੁਸੀਂ ਪਿਛਲਾ ਲੈਕਚਰ ਨੂਮੈਰੀਕਲ ਦਾ ਦੇਖੋ ਤਾਂ ਮੈਨੂੰ ਪਤਾ ਕਿ ਤੁਹਾਡੇ 'ਚ ਬਹੁਤੇ ਬੱਚਿਆਂ ਨੇ ਉਹ ਦੇਖਿਆ ਨਹੀਂ ਹੈਗਾ। ਕਾਰਨ ਇਹ ਹੈ, ਪੰਜਾਬ 'ਚ ਇਹ ਇੱਕ ਪ੍ਰੋਬਲਮ ਤਾਂ ਹੈਗੀ ਹੈ ਬੇਟੇ ਕਿ ਆਪਾਂ ਸਾਰੇ ਜਣੇ ਸਿਰਫ ਆਰਡੀਨਰੀ ਸਟੂਡੈਂਟ ਬਣਨਾ ਚਾਹੁੰਦੇ ਹਾਂ। ਐਕਸਟਰਾ ਆਰਡੀਨਰੀ ਬਣਨ ਦੇ ਲਈ ਐਕਸਟਰਾ ਆਰਡੀਨਰੀ ਐਫਰਟ ਕਰਨੇ ਪੈਂਦੇ ਨੇ। ਅਤੇ ਨੂਮੈਰੀਕਲ ਵਾਕਈ ਔਖੇ ਉਹਨਾਂ ਲਈ ਹੁੰਦੇ ਨੇ ਜਿਹੜੇ ਪੈਨ ਚੱਕਣਾ ਪਸੰਦ ਨਹੀਂ ਕਰਦੇ। ਪੈਨ ਬੇਟੇ ਚੱਕਣਾ ਪਊਗਾ ਆਪਾਂ ਨੂੰ, ਠੀਕ ਹੈ? ਪ੍ਰੈਕਟਿਸ ਕਰਨੀ ਪਊਗੀ, ਜਿੰਨੀ ਜ਼ਿਆਦਾ ਪ੍ਰੈਕਟਿਸ ਕਰਾਂਗੇ ਉਨਾ ਜ਼ਿਆਦਾ ਸਿੱਖਾਂਗੇ। ਸੋ ਚਲੋ, ਮੇਰੀ ਤੁਹਾਨੂੰ ਸੁਜੈਸ਼ਨ ਹੈ, ਮੰਨਣਾ ਨਾ ਮੰਨਣਾ ਤੁਹਾਡੇ ਹੱਥ 'ਚ, ਠੀਕ ਹੈ? ਤਾਂ ਕਿਉਂਕਿ ਵੱਡਾ ਤੁਹਾਡੇ ਤੋਂ ਐਂਡ ਮੈਨੂੰ ਇੱਦਾਂ ਪਤਾ ਨਹੀਂ ਲੱਗਣ ਲੱਗ ਪਿਆ ਕਿ ਮੇਰਾ ਕਲਾਸਰੂਮ ਬਹੁਤ ਵੱਡਾ ਹੈ, ਠੀਕ ਹੈ? ਤਾਂ ਕਿਉਂਕਿ ਮੇਰਾ ਕਲਾਸਰੂਮ ਬਹੁਤ ਵੱਡਾ ਤਾਂ ਮੇਰਾ ਫਰਜ਼ ਵੀ ਬਣਦਾ ਤੁਹਾਨੂੰ ਦੱਸਣ ਦਾ ਕਿ ਪੁੱਤ, ਜੇ ਤੁਸੀਂ ਵਧੀਆ ਬਣਨਾ ਚਾਹੁੰਦੇ ਹੋ, ਇਫ ਯੂ ਵਾਂਟ ਟੂ ਐਕਸੈਲ, ਜੇ ਤੁਸੀਂ ਵਾਕਈ ਸਾਇੰਸ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਤਾਂ ਹਰ ਇੱਕ ਸਟੈਪ ਨੂੰ ਇੰਜੋਏ ਕਰੋ, ਹਰ ਇੱਕ ਸਟੈਪ ਨੂੰ। ਤੁਹਾਡੀ ਕੋਈ ਕਮੀ ਨਹੀਂ ਹੋਣੀ ਚਾਹੀਦੀ, ਠੀਕ ਹੈ? ਚਲੋ ਸ਼ੁਰੂ ਕਰਦੇ ਹਾਂ। ਹੁਣ ਗੱਲ ਕਰਦੇ ਹਾਂ ਕਿ ਫਸਟ ਯੂਨਿਟ ਤੋਂ ਸੈਕੰਡ ਯੂਨਿਟ ਦੀ ਕੰਟੀਨਿਊਟੀ ਕਿਵੇਂ ਬਣਦੀ ਹੈ। ਪਹਿਲੇ ਯੂਨਿਟ ਦੇ ਵਿੱਚ ਆਪਾਂ ਇਹ ਪੜ੍ਹਿਆ ਕਿ ਇਲੈਕਟ੍ਰੋਸਟੈਟਿਕਸ ਹਨ। ਇਲੈਕਟ੍ਰੋ ਮਤਲਬ ਸੀ ਚਾਰਜ, ਸਟੈਟਿਕਸ ਮਤਲਬ ਸੀ ਐਟ ਰੈਸਟ। ਤਾਂ ਉਹਦੇ 'ਚ ਜਿੰਨੀ ਵੀ ਆਪਾਂ ਗੱਲ ਕੀਤੀ ਉਹਦੇ 'ਚ ਆਪਾਂ ਚਾਰਜ ਐਟ ਰੈਸਟ ਲਿਆ, ਠੀਕ ਹੈ? ਐਂਡ ਮੈਂ ਤੁਹਾਨੂੰ ਕਿਹਾ ਸੀ ਕਿ ਪੋਟੈਂਸ਼ੀਅਲ ਚੈਪਟਰ ਰਿਵਾਈਜ਼ ਕਰਕੇ ਰੱਖਿਓ। ਐਂਡ ਆਪਾਂ ਇਹ ਸਿੱਖਿਆ ਕਿ ਚਾਰਜ ਜਿਹੜਾ ਹੈ, ਜਿੰਨੀ ਵੀ ਆਪਾਂ ਉਹਦੇ ਪਹਿਲੇ ਯੂਨਿਟ ਦੇ ਵਿੱਚ ਗੱਲ ਕੀਤੀ, ਆਪਾਂ ਸਾਰੀ ਗੱਲ ਕੀਤੀ ਪੋਜ਼ਿਟਿਵ ਟੈਸਟ ਚਾਰਜ ਦੀ, ਵੀ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਜਿੱਧਰ ਚੱਲਦਾ ਹੈ। ਆਪਾਂ ਇਹ ਲਿਆ ਕਿ ਪੋਜ਼ਿਟਿਵ ਬੋਡੀਜ਼ ਦਾ ਹਾਇਰ ਪੋਟੈਂਸ਼ੀਅਲ ਹੁੰਦਾ ਹੈ ਐਂਡ ਨੈਗੇਟਿਵ ਬੋਡੀ ਦਾ ਲੋਅਰ ਪੋਟੈਂਸ਼ੀਅਲ ਹੁੰਦਾ ਹੈ। ਪੋਜ਼ਿਟਿਵ ਚਾਰਜ ਨੂੰ ਕਿਉਂਕਿ ਪੋਜ਼ਿਟਿਵ ਰਿਪੈਲ ਕਰੇਗਾ, ਨੈਗੇਟਿਵ ਅਟਰੈਕਟ ਕਰੇਗਾ, ਇਸ ਕਰਕੇ ਜਿਹੜਾ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਹੁੰਦਾ ਉਹ ਹਮੇਸ਼ਾ ਹਾਇਰ ਟੂ ਲੋਅਰ ਪੋਟੈਂਸ਼ੀਅਲ ਮੂਵ ਕਰਦਾ ਹੈ। ਦੈਟ ਆਈ ਥਿੰਕ ਕਿ ਤੁਹਾਨੂੰ ਸਭ ਨੂੰ ਇਹ ਗੱਲ ਬਿਲਕੁਲ ਕਲੀਅਰ ਹੈ, ਠੀਕ ਹੈ? ਹੁਣ ਗੱਲ ਆਉਂਦੀ ਹੈ ਕਿ ਕਰੰਟ ਇਲੈਕਟ੍ਰੀਸਿਟੀ ਕੀ ਹੈ। ਜਿਵੇਂ ਕਿ ਨਾਮ ਸੁਜੈਸਟ ਕਰਦਾ ਹੈ, ਕਰੰਟ ਦਾ ਮਤਲਬ ਹੁੰਦਾ ਬੇਟੇ ਚਲਦੀ ਹੋਈ ਚੀਜ਼। ਤੇ ਕਰੰਟ ਇਲੈਕਟ੍ਰੀਸਿਟੀ ਕੀ ਹੈ? ਇਟ ਇਜ਼ ਦੀ ਬ੍ਰਾਂਚ ਆਫ ਫਿਜ਼ਿਕਸ which deals with, ਕਿਹਦੇ ਨਾਲ ਡੀਲ ਕਰਦੀ ਹੈ? ਜਿਵੇਂ ਉਹ ਸੀ ਚਾਰजेस ਐਟ ਰੈਸਟ which deals with charges in motion। ਆ ਫਰਕ ਹੈ ਬੇਟੇ ਬਸ। ਹੁਣ ਸਾਡੇ ਚਾਰਜ ਨੇ ਚੱਲਣਾ ਸ਼ੁਰੂ ਕਰ ਦੇਣਾ ਇਸ ਚੈਪਟਰ ਦੇ ਵਿੱਚ। ਐਂਡ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਤੁਸੀਂ ਇਹ ਪਹਿਲਾਂ ਪੜ੍ਹਿਆ ਨਹੀਂ ਹੋਇਆ। ਤੁਸੀਂ ਸਾਰਿਆਂ ਨੇ ਕਰੰਟ ਇਲੈਕਟ੍ਰੀਸਿਟੀ ਆਪਣੀਆਂ ਲੋਅਰ ਕਲਾਸਿਸ 'ਚ ਪੜ੍ਹਿਆ ਹੋਇਆ। ਬੇਸਿਕਲੀ ਇਹ ਚੈਪਟਰ ਸਾਨੂੰ ਆਉਂਦਾ ਹੁੰਦਾ ਹੈ, ਪਹਿਲਾ ਯੂਨਿਟ ਨਹੀਂ ਆਉਂਦਾ ਹੁੰਦਾ ਕਿਉਂਕਿ ਪਹਿਲੇ ਯੂਨਿਟ ਬਾਰੇ ਆਪਾਂ ਬਹੁਤਾ ਕੁਝ ਪੜ੍ਹਿਆ ਨਹੀਂ ਹੋਇਆ ਸੀ। ਤਾਂ ਇਹ ਯੂਨਿਟ ਜਿਹੜਾ ਹੈ ਤੁਹਾਨੂੰ ਰਿਲੇਟਿਵਲੀ ਈਜ਼ੀ ਲੱਗਣਾ ਚਾਹੀਦਾ, ਕਿਉਂਕਿ ਕੁਝ ਗੱਲਾਂ ਇੱਦਾਂ ਨੇ ਜਿਹੜੇ ਵਰਡਸ ਅਸੀਂ ਸੁਣੇ ਹੋਏ ਨੇ, ਬਸ ਆਪਾਂ ਐਡਵਾਂਸ ਕਰਦੇ ਜਾਣਾ, ਲੈਵਲ ਵੱਧਦਾ ਜਾਣਾ, ਬਸ ਸਮਝ ਗਏ ਗੱਲ ਨੂੰ? ਚਲੋ, ਤਾਂ ਕਰੰਟ ਇਲੈਕਟ੍ਰੀਸਿਟੀ ਦੀ ਗੱਲ ਕੀਤੀ ਕਿ ਆਪਾਂ ਇਹਦੇ 'ਚ ਚਾਰਜਿਸ ਨੂੰ ਕੀ ਪੜ੍ਹਨਾ ਹੈ? ਮੋਸ਼ਨ 'ਚ। ਹੁਣ ਚਾਰਜ ਮੋਸ਼ਨ 'ਚ ਕਿੱਥੇ ਰਹਿ ਸਕਦਾ ਹੈ? ਲਾਈਕ ਕਿਹੜੇ ਮੀਡੀਅਮ 'ਚ ਚਾਰਜ ਮੋਸ਼ਨ 'ਚ ਰਹਿੰਦਾ? ਚਾਰਜ ਅਫਕੋਰਸ ਕਿਸੇ ਮੈਟਰ 'ਤੇ ਆਉਂਦਾ ਹੈ, ਕਿਸੇ ਮਾਸ 'ਤੇ ਆਉਂਦਾ ਹੈ। ਤਾਂ ਜਿਹੜੇ ਮੈਟਰ 'ਤੇ ਆਏਗਾ ਉਹ ਕਿਹੜੇ ਮੀਡੀਅਮ ਦੇ ਵਿੱਚ? ਤਾਂ ਅਗਲੀ ਗੱਲ ਆਉਂਦੀ ਹੈ ਵੀ ਚਾਰਜ ਕੈਰੀਅਰ ਕੀ ਨੇ, ਕਿਉਂਕਿ ਚਾਰਜਿਸ ਇਨ ਮੋਸ਼ਨ ਬਣਨਾ ਹੈ। ਤਾਂ ਚਾਰਜ ਕੈਰੀਅਰਸ ਕਿਹੜੇ ਨੇ, ਠੀਕ ਹੈ? ਮਤਲਬ ਕਿੰਨਾ ਦੇ ਚਾਰਜ ਆ ਸਕਦਾ ਹੈ। ਤਾਂ ਸਾਨੂੰ ਪਤਾ ਹੈ ਕਿ ਅਸੀਂ ਜਿਹੜੀਆਂ ਸਟੇਟਸ ਆਫ ਮੈਟਰ ਪੜ੍ਹਦੇ 3, ਕਿਹੜੀਆਂ ਬੇਟੇ? ਗੈਸਿਸ। ਹੁਣ ਕੀ ਗੈਸਿਸ ਵਿੱਚ ਚਾਰਜ ਚੱਲ ਸਕਦਾ ਹੈ? ਕੀ ਕਦੀ ਆਪਾਂ ਇਹ ਦੇਖਿਆ ਕਿ ਗੈਸਿਸ ਵਿੱਚ ਚਾਰਜ ਚੱਲਦਾ ਹੈ? ਐਂਡ ਮੈਂ ਇਹ ਕਹਿੰਦਾ ਕਿ ਮੈਂ ਤੁਹਾਨੂੰ ਪਹਿਲੇ ਯੂਨਿਟ 'ਚ ਕਰਾਇਆ ਆ ਕਿ ਵਾਕਈ ਹੀ ਚਾਰਜ ਜਿਹੜਾ ਹੈ ਉਹ ਗੈਸਿਸ ਦੇ ਵਿੱਚ ਚੱਲ ਸਕਦਾ ਹੈ। ਪਰ ਉੱਥੇ ਕੌਣ ਚੱਲਦਾ ਹੁੰਦਾ ਇਹ ਤੁਸੀਂ ਧਿਆਨ 'ਚ ਦੇਖਣਾ। ਯਾਦ ਕਰੋ ਕਿ ਜਦੋਂ ਆਪਾਂ ਵੈਨ ਡੀ ਗ੍ਰਾਫ ਜਨਰੇਟਰ ਤੋਂ
ਸਪਾਰਕ ਲਿਆ ਸੀ। ਜਦੋਂ ਵੈਂਡੀਗ੍ਰਾਫ ਜਨਰੇਟਰ ਤੋਂ ਸਪਾਰਕ ਲਿਆ ਸੀਗਾ ਤੇ ਉਦੋਂ ਵੈਂਡੀਗ੍ਰਾਫ ਜਨਰੇਟਰ ਤੇ ਜਿਹੜੀ ਅਰਥਿੰਗ ਰੋਡ ਸੀ ਦੋਨਾਂ ਦੇ ਵਿਚਕਾਰ ਕੀ ਮੀਡੀਅਮ ਸੀਗਾ? ਹਵਾ ਸੀਗੀ, ਹੈ ਨਾ। ਤੇ ਹਵਾ ਕੀ ਹੈ ਬੇਟਾ? ਮਿਕਸਚਰ ਆਫ ਗੈਸਿਸ। ਇਹਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਬਹੁਤ ਜ਼ਿਆਦਾ ਪੋਟੈਂਸ਼ੀਅਲ ਡਿਫਰੈਂਸ ਦਿੰਦੇ ਹਾਂ ਤਾਂ ਜਿਹੜੀ ਗੈਸ ਹੈ, ਅਸੀਂ ਬੋਲਾਂਗੇ ਕੀਵਰਡ, ਉਹਦੀ ਆਇਓਨਾਈਜੇਸ਼ਨ ਹੋ ਜਾਂਦੀ ਹੈ। ਜਦੋਂ ਗੈਸ ਦੀ ਆਇਓਨਾਈਜੇਸ਼ਨ ਹੁੰਦੀ ਹੈ ਤਾਂ ਆਪਣੇ ਕੋਲ ਬੰਦਾ ਕੀ ਬੇਟੇ? ਇਹ ਤੁਸੀਂ ਯਾਦ ਰੱਖਣਾ, ਠੀਕ ਹੈ, ਇਹਨੂੰ ਨੋਟ ਕਰ ਲੈਣਾ, ਕਾਪੀ ਤੇ ਨੋਟ ਕਰਨਾ ਬਹੁਤ ਜ਼ਰੂਰੀ ਬੇਟਾ। ਇੱਕ ਪੋਜ਼ਿਟਿਵ ਆਇਨ ਐਂਡ ਦੂਜਾ ਕੀ ਬੰਦਾ ਹੈ? ਇਲੈਕਟ੍ਰੋਨਸ, ਠੀਕ ਹੈ, ਇਹ ਤੁਸੀਂ ਯਾਦ ਰੱਖ ਲੈਣਾ, ਠੀਕ ਹੈ। ਗੈਸਿਸ ਵਿੱਚ ਇਹ ਚਾਰਜ ਦੇ ਕੈਰੀਅਰ ਹੁੰਦੇ ਨੇ। ਹੁਣ ਗੱਲ ਕਰਦੇ ਹਾਂ ਲਿਕੁਇਡਸ ਦੀ। ਹੁਣ ਲਿਕੁਇਡਸ ਦੇ ਲਈ ਵੀ ਲੋਅਰ ਕਲਾਸਿਸ 'ਚ ਵੀ ਇੱਕ ਐਕਸਪੈਰੀਮੈਂਟ ਆਉਂਦਾ ਕਿ ਕੀ ਲਿਕੁਇਡਸ ਕੰਡਕਟ ਕਰਦੇ ਨੇ? ਤਾਂ ਲਿਕੁਇਡਸ ਕੰਡਕਟ ਬਿਲਕੁਲ ਕਰਦੇ ਨੇ। ਜਿਵੇਂ ਕਿ ਫੋਰ ਐਗਜ਼ਾਮਪਲ ਮੰਨ ਲਓ ਕਿ ਜੇ ਤੁਹਾਡੇ ਕੋਲ ਪਾਣੀ ਹੋਵੇ ਤੇ ਪਾਣੀ 'ਚ ਜੇ ਤੁਸੀਂ ਥੋੜਾ ਜਿਹਾ ਨਮਕ ਪਾ ਲਓ। ਹੁਣ ਨਮਕ ਦਾ ਮਤਲਬ ਹੈ ਸੋਡੀਅਮ ਕਲੋਰਾਈਡ, NaCl, ਠੀਕ ਹੈ। ਹੁਣ ਜਦੋਂ ਤੁਸੀਂ ਪਾਣੀ 'ਚ ਨਮਕ ਪਾਓਗੇ NaCl ਤਾਂ ਕੀ ਕਰੇਗਾ ਭਲਾ? ਜਿਹੜਾ NaCl ਹੁੰਦਾ ਹੈ ਜਦੋਂ ਉਹਨੂੰ ਪਾਣੀ 'ਚ ਪਾਉਂਦੇ ਤਾਂ ਕੀ ਕਰਦਾ? ਉਹ ਕੁਆਇਟ ਓਬਵੀਅਸ ਹੈ ਕਿ ਵੀ ਨੋ ਕਿ ਉਹ ਆਇਨਸ ਬਦਲ ਜਾਂਦਾ ਹੈ। ਕਿਹਦੇ ਵਿੱਚ ਬਦਲਦਾ ਹੈ? ਸੋਡੀਅਮ ਆਇਨ ਤੇ ਕਲੋਰਾਈਡ ਆਇਨ 'ਚ। ਕਿਉਂ ਬਦਲਦਾ ਹੈ? ਹਰ ਇੱਕ ਜਗ੍ਹਾ ਦੇ ਕਿਉਂ ਦਾ ਆਪਦਾ ਹੀ ਸਵਾਦ ਹੈ। ਤਾਂ ਸੋਡੀਅਮ ਆਇਨ ਤੇ ਮੈਂ ਕਹਿ ਰਿਹਾ ਕਿ ਜਦੋਂ ਪਾਣੀ ਦੇ ਵਿੱਚ ਇਹਨੂੰ ਪਾਇਆ ਜਾਂਦਾ ਤੇ ਆਹ ਹੋ ਜਾਂਦਾ, ਪਰ ਕਿਉਂ ਹੋ ਜਾਂਦਾ? ਦੇਖੋ ਹੁਣ ਇਹ ਫਿਰ ਆਪਾਂ ਪਹਿਲੇ ਯੂਨਿਟ 'ਚ ਪੜ੍ਹਿਆ ਹੋਇਆ ਕਿਵੇਂ। ਚਲੋ ਕੋਈ ਗੱਲ ਨਹੀਂ, ਸੁਣੀ ਚੱਲਿਓ ਧਿਆਨ ਨਾਲ ਗੱਲ। ਕੋਈ ਵੀ ਦੋ, ਜਿਵੇਂ ਸੋਡੀਅਮ ਤੇ ਪੋਜ਼ਿਟਿਵ ਤੇ ਕਲੋਰਾਈਡ ਆਇਨ ਤੇ ਨੈਗੇਟਿਵ ਚਾਰਜ ਹੁੰਦੇ, ਅਟਰੈਕਟ ਕਰਦੇ ਨੇ, ਲੇਕਿਨ ਪਾਣੀ 'ਚ ਜਾ ਕੇ ਅਲੱਗ ਕਿਉਂ ਹੋ ਜਾਂਦੇ ਨੇ? ਉਹਦਾ ਕਾਰਨ ਹੈ ਅਸੀਂ ਇਹ ਪੜ੍ਹਿਆ ਹੋਇਆ ਹੈ ਕਿ ਜਿਹੜਾ ਕਿਸੇ ਵੀ ਮੀਡੀਅਮ 'ਚ ਜਿਹੜੀ ਫੋਰਸ ਹੁੰਦੀ ਨਾ, ਉਹ ਵੈਕਿਊਮ ਦੀ ਫੋਰਸ ਡਿਵਾਈਡਡ ਬਾਈ ਡਾਇਲੈਕਟ੍ਰਿਕ ਕਾਂਸਟੈਂਟ ਹੁੰਦੀ। ਯੂ ਨੋ ਦਿਸ। ਐਂਡ ਡਾਇਲੈਕਟ੍ਰਿਕ ਕਾਂਸਟੈਂਟ ਜਿਹੜਾ ਵਾਟਰ ਦਾ ਹੈ, ਬਹੁਤ ਸਾਰੇ ਐਕਸਪੈਰੀਮੈਂਟ ਕਰਾਏ ਬੱਚੇ, ਤੁਹਾਨੂੰ ਕਪੈਸਿਟਰ ਵਾਲੇ ਕੇਸ 'ਚ ਵੀ ਕਰਾਇਆ ਸੀਗਾ। ਡਾਇਲੈਕਟ੍ਰਿਕ ਕਾਂਸਟੈਂਟ ਜਿਹੜਾ ਵਾਟਰ ਦਾ ਹੈ ਉਹ 80 ਜਾਂ 81 ਹੁੰਦਾ ਹੈ ਨਾ। ਹੁਣ ਜੇਕਰ ਉਹ 80 ਜਾਂ 81 ਹੈ ਤਾਂ ਜਦੋਂ ਤੁਸੀਂ ਇੱਥੇ ਡਿਵਾਈਡ ਕਰੋਗੇ ਤਾਂ ਜਿਹੜੀ ਵੈਕਿਊਮ ਦੀ ਫੋਰਸ ਹੈ ਉਹਦੇ ਨਾਲੋਂ 1/80th ਰਹਿ ਜਾਣੀ ਹੈ। ਕਿਹੜੀ ਫੋਰਸ? ਵਾਟਰ ਵਾਲੀ ਫੋਰਸ। ਇਹਦਾ ਮਤਲਬ ਇਹੀ ਦੋ ਆਇਨਸ ਜੇ ਬਾਹਰ ਸੀਗੇ ਤੇ ਜਦੋਂ ਉਹੀ ਪਾਣੀ 'ਚ ਗਏ ਤਾਂ ਫੋਰਸ ਕੀ ਕਰਦੀ? ਘਟ ਜਾਂਦੀ, ਜਿੰਨੇ ਕਰਕੇ ਇਹ ਕੀ ਕਰਦਾ? ਡਿਸੋਸੀਏਟ ਕਰ ਜਾਂਦਾ। ਹੁਣ ਇਹਦਾ ਮਤਲਬ ਹੈ ਕਿ ਜਦੋਂ ਤੁਸੀਂ ਨਮਕ ਪਾਣੀ 'ਚ ਘੋਲਦੇ ਹੋ ਤਾਂ ਪਹਿਲੇ ਸੋਡੀਅਮ ਆਇਨ ਤੇ ਕਲੋਰਾਈਡ ਆਇਨ 'ਚ ਹੁੰਦਾ। ਹੁਣ ਜੇ ਤੁਸੀਂ ਵਿਚਕਾਰ ਬੈਟਰੀ ਦੇ ਦੋ ਟਰਮੀਨਲ ਲਾ ਦਿਓ ਤਾਂ ਬੈਟਰੀ ਦੇ ਟਰਮੀਨਲ ਲਾਉਣ ਨਾਲ ਕੀ ਹੋਏਗਾ? ਬੈਟਰੀ ਦਾ ਇੱਕ ਪੋਜ਼ਿਟਿਵ ਟਰਮੀਨਲ ਹੁੰਦਾ, ਇੱਕ ਨੈਗੇਟਿਵ ਟਰਮੀਨਲ ਹੁੰਦਾ ਹੈ, ਵੀ ਆਲ ਨੋ। ਹੁਣ ਜਿਹੜਾ ਪੋਜ਼ਿਟਿਵ ਟਰਮੀਨਲ ਹੁੰਦਾ ਉਹਦਾ ਕੀ ਕੰਮ ਹੁੰਦਾ ਹੈ? ਉਹ ਨੈਗੇਟਿਵ ਚੀਜ਼ਾਂ ਨੂੰ ਆਪਦੇ ਵੱਲ ਖਿੱਚਦਾ ਹੈ। ਯਾਨੀ ਕਿ ਜਿਹੜੇ ਆਹ ਕਲੋਰਾਈਡ ਆਇਨ ਨੇ ਇਹ ਬੈਟਰੀ ਦੇ ਕਿਹੜੇ ਟਰਮੀਨਲ ਵੱਲ ਚੱਲ ਪੈਣਗੇ? ਪੋਜ਼ਿਟਿਵ ਵੱਲ, ਤੇ ਇਹ ਨੈਗੇਟਿਵ ਵੱਲ। ਇਹਨਾਂ ਮਤਲਬ ਜਿਹੜੇ ਲਿਕੁਇਡਸ ਨੇ, ਇਦਾਂ ਦੇ ਲਿਕੁਇਡਸ, ਇਹ ਆਪਾਂ ਨੂੰ ਪਤਾ ਹੈ ਸਾਰਿਆਂ ਨੂੰ ਐਂਡ ਯੂ ਮਸਟ ਨੋ, ਲਿਖ ਵੀ ਲਓ ਸਾਰੇ ਜਣੇ, ਕਿ ਜਿਹੜੇ ਇਲੈਕਟ੍ਰਿਸਿਟੀ ਨੂੰ ਕੰਡਕਟ ਕਰਦੇ ਹੋਣ ਜਾਂ ਇਹ ਕਰੀਏ ਜਿਨ੍ਹਾਂ ਦੇ ਵਿੱਚ ਪਾਉਣ ਤੋਂ ਬਾਅਦ ਆਇਨਸ ਬਣ ਗਏ, ਇਹਨਾਂ ਨੂੰ ਅਸੀਂ ਇਲੈਕਟ੍ਰੋਲਾਈਟਸ ਕਹਿੰਦੇ ਹਾਂ, ਠੀਕ ਹੈ। ਤਾਂ ਇਹ ਇੱਕ ਇਲੈਕਟ੍ਰੋਲਾਈਟ ਸੋਲੂਸ਼ਨ ਹੈ। ਜਿਵੇਂ ਹੀ ਆਪਾਂ ਲਗਾਵਾਂਗੇ, ਜੇ ਸਰਕਟ 'ਚ ਬਲਬ ਲੱਗਿਆ ਹੋਇਆ ਤਾਂ ਬਲਬ ਨੇ ਜਗਣਾ ਸ਼ੁਰੂ ਹੋ ਜਾਣਾ। ਇਹਨਾਂ ਮਤਲਬ ਪੱਕੀ ਗੱਲ ਹੈ ਕਿ ਲਿਕੁਇਡ ਜਿਹੜੇ ਉਹ ਕੰਡਕਟ ਕਰਦੇ ਨੇ। ਐਂਡ ਆਪਾਂ ਨੂੰ ਇਹ ਆਨਸਰ ਮਿਲ ਗਿਆ ਕਿ ਕੰਡਕਟ ਕੌਣ ਕਰਾਉਂਦਾ ਹੈ? ਇਹਦੇ 'ਚ ਕੌਣ ਹੁੰਦੇ ਨੇ? ਇਹਨਾਂ ਨੂੰ ਕੀ ਬੋਲੀਦਾ? ਆਇਨਸ, ਠੀਕ ਹੈ। ਕਿਹੜੇ ਆਇਨਸ? ਪੋਜ਼ਿਟਿਵ ਐਂਡ ਨੈਗੇਟਿਵ ਆਇਨਸ। ਮੈਂ ਸਿਰਫ ਆਇਨਸ ਲਿਖ ਰਿਹਾ, ਯੂ ਨੋ ਕਿ ਕਿੰਨਾਂ ਦੀ ਗੱਲ ਕਰ ਰਿਹਾ। ਹੁਣ ਗੱਲ ਆਉਂਦੀ ਹੈ, ਮੈਂ ਇਹਨੂੰ ਤੀਜੇ ਨੰਬਰ ਤੇ ਕਿਉਂ ਲਿਖਿਆ? ਵੈਸੇ ਆਮ ਤੌਰ ਤੇ ਆਪਾਂ ਸੋਲਿਡ ਲਿਕੁਇਡ ਗੈਸਿਸ ਲਿਖਦੇ ਹਾਂ, ਕਿਉਂਕਿ ਸਾਰਾ ਜਿਹੜਾ ਝਮੇਲਾ ਹੈ, ਸਾਰਾ ਆਪਣਾ ਯੂਨਿਟ ਹੀ ਇਹਦੇ ਤੇ ਬੇਸਡ ਹੈ, ਟੋਟਲ ਯੂਨਿਟ, ਠੀਕ ਹੈ। ਸੋਲਿਡਸ ਜਿਹੜੇ ਨੇ, ਇਹਨੂੰ ਜੇ ਮੈਂ ਅੱਗੋਂ ਹਿੱਸਿਆਂ 'ਚ ਡਿਵਾਈਡ ਕਰਾਂ ਤਾਂ ਦੇਖੋ ਮੈਂ ਇਹਨੂੰ 3 ਹਿੱਸਿਆਂ 'ਚ ਡਿਵਾਈਡ ਕਰਨ ਦੀ ਕੋਸ਼ਿਸ਼ ਕਰਦਾ। ਇੱਕ ਇਨਸੂਲੇਟਰਸ, ਨੰਬਰ 2 ਤੇ ਬੇਟੇ ਸੈਮੀਕੰਡਕਟਰਸ। ਇਸ ਸਾਲ ਤੁਸੀਂ ਇੱਕ ਬਹੁਤ ਵੱਡਾ ਯੂਨਿਟ ਸੈਮੀਕੰਡਕਟਰਸ ਦੇ ਪੜ੍ਹਨਾ ਐਂਡ ਬੜਾ ਵਧੀਆ ਹੈ। ਤੁਹਾਨੂੰ ਪਤਾ ਹੈ ਕਿ ਸੈਮੀਕੰਡਕਟਰਸ ਕਿੱਥੇ ਪੈਂਦੇ ਨੇ? ਟੋਟਲ ਜਿੰਨੇ ਵੀ ਇਲੈਕਟ੍ਰੋਨਿਕ ਡਿਵਾਈਸ ਨੇ। ਇਲੈਕਟ੍ਰੋਨਿਕ ਮਤਲਬ ਸਮਝਦੇ ਹੋ? ਉਹ ਜਿਨ੍ਹਾਂ 'ਚ ਸਰਕਟ ਬੋਰਡ ਲੱਗਾ ਹੁੰਦਾ, ਤੁਹਾਡੇ ਕੈਲਕੂਲੇਟਰ ਤੋਂ ਲੈ ਕੇ ਅੱਜ ਕੱਲ੍ਹ ਦੀ ਘੜੀਆਂ, ਮੋਬਾਈਲਸ, ਈਵਨ LCD ਪੈਨਲਸ, ਸਭ 'ਚ ਇਹ ਰੈਵੋਲੂਸ਼ਨ ਹੈ। ਅੱਜ ਵੀ ਇਹਦੇ 'ਤੇ ਬਹੁਤ ਜ਼ਿਆਦਾ ਰਿਸਰਚ ਚੱਲਦੀ ਪਈ ਹੈ। ਚਲੋ ਇਹ ਪੂਰਾ ਯੂਨਿਟ ਬੇਟਾ ਆਪਣਾ। ਤੇ ਤੀਜੇ ਨੰਬਰ 'ਤੇ ਆਉਂਦੇ ਕੰਡਕਟਰਸ, ਜਿਹਦੇ 'ਤੇ ਆਪਣਾ ਇਹ ਵਾਲਾ ਯੂਨਿਟ ਬੇਸਡ ਹੈ। ਆਪਾਂ ਬੇਸਿਕਲੀ ਇਹਦੇ ਵਿੱਚ ਕੰਡਕਟਰਸ ਬਾਰੇ ਹੀ ਗੱਲਾਂ ਕਰਨੀਆਂ ਨੇ ਇਸ ਯੂਨਿਟ ਦੇ ਵਿੱਚ, ਠੀਕ ਹੈ। ਹੁਣ ਇਨਸੂਲੇਟਰ ਜਿਹੜੇ ਨੇ ਉਹਨਾਂ ਵਿੱਚ ਚਾਰਜ ਕੈਰੀਅਰ ਕੌਣ ਹੁੰਦਾ? ਕੋਈ ਵੀ ਨਹੀਂ ਹੁੰਦਾ ਬੇਟੇ, ਠੀਕ ਹੈ। ਮੈਂ ਤੁਹਾਨੂੰ ਪੜ੍ਹਾ ਰਿਹਾ ਚਾਰਜ ਕੈਰੀਅਰ। ਤੇ ਇਨਸੂਲੇਟਰ ਜਿਹੜੇ ਹੁੰਦੇ ਨੇ, ਵੀ ਨੋ ਕਿ ਦੇ ਡੂ ਨਾਟ ਕੰਡਕਟ, ਠੀਕ ਹੈ। ਉਹਨਾਂ 'ਚ ਕੀ ਹੁੰਦਾ? ਅਸੀਂ ਪਹਿਲੇ ਯੂਨਿਟ 'ਚ ਪੜ੍ਹੇ ਆ ਕਿ ਜਿਹੜੇ ਇਨਸੂਲੇਟਰ ਨੇ, ਜਿਵੇਂ ਕਿ ਲੱਕੜ ਹੋ ਗਈ, ਗਲਾਸ ਹੋ ਗਿਆ, ਪੇਪਰ ਹੋ ਗਿਆ, ਇਹਨਾਂ ਸਾਰਿਆਂ ਦੇ ਉੱਤੇ ਜਿਹੜਾ ਚਾਰਜ ਆ ਜਾਂਦਾ ਹੈ, ਅਪੀਅਰ ਹੋ ਜਾਂਦਾ, ਲੇਕਿਨ ਇਹ ਕੰਡਕਟ ਨਹੀਂ ਕਰਦੇ, ਠੀਕ ਹੈ। ਸੋ ਇਨਸੂਲੇਟਰਸ ਡੂ ਨਾਟ ਕੰਡਕਟ। ਇਹਨਾਂ ਮਤਲਬ ਇਹਨਾਂ 'ਚ ਕੋਈ ਚਾਰਜ ਕੈਰੀਅਰ ਅੰਡਰ ਨਾਰਮਲ ਸਰਕਮਸਟੈਂਸਿਸ ਹੁੰਦੇ ਹੀ ਨਹੀਂ। ਜਦੋਂ ਤੁਸੀਂ ਇਹਨਾਂ ਦਾ ਬ੍ਰੇਕਡਾਊਨ ਕਰਾ ਦਿੰਦੇ ਹੋ ਫਿਰ ਵੱਖਰੀ ਗੱਲ ਹੈ ਬੇਟੇ, ਠੀਕ ਹੈ। ਅਦਰਵਾਈਜ਼ ਅੰਡਰ ਨਾਰਮਲ ਸਰਕਮਸਟੈਂਸਿਸ ਦੇ ਡੂ ਨਾਟ ਕੰਡਕਟ। ਗੱਲ ਕਰਦੇ ਹਾਂ ਸੈਮੀਕੰਡਕਟਰਸ।
ਸੈਮੀਕੰਡਕਟਰਸ ਜਿਹੜੇ ਨੇ ਇਹਨਾਂ ਵਿੱਚ ਕੌਣ ਕੌਣ ਹੁੰਦਾ ਹੈ, ਇੱਕ ਵਾਰ ਬੇਟੇ ਤੁਸੀਂ ਯਾਦ ਰੱਖ ਲੈਣਾ, ਇਹ ਅੱਗੇ ਜਾ ਕੇ ਪੜਾਂਗੇ ਫਿਰ ਸਵਾਦ ਨਹੀਂ ਆਉਣਾ ਹੁਣ ਗੱਲ ਕਰਨ ਦਾ। ਜਿਹੜੇ ਸੈਮੀਕੰਡਕਟਰ ਨੇ ਇਹਨਾਂ 'ਚ ਦੋ ਜਣੇ ਹੁੰਦੇ ਨੇ ਬੇਟੇ, ਇੱਕ ਅਸੀਂ ਬੋਲਦੇ ਇਲੈਕਟ੍ਰੋਨਸ, ਉਹ ਤਾਂ ਸਾਨੂੰ ਸਭ ਨੂੰ ਪਤਾ ਹੈ ਨਾਮ ਦਾ। ਇੱਕ ਦੂਜਾ ਇੱਕ ਹੋਰ ਕਨਸੈਪਟ ਪੜਾਂਗੇ, ਉਹਨੂੰ ਬੋਲਾਂਗੇ ਹੋਲਸ। ਇਹ ਤੁਸੀਂ ਹੋਲ HOLES ਹੋਲਸ, ਇਹ ਤੁਸੀਂ ਕੈਮਿਸਟਰੀ 'ਚ ਵੀ ਪੜੋਗੇ, ਫਿਜ਼ਿਕਸ 'ਚ ਵੀ ਪੜੋਗੇ, ਲੇਕਿਨ ਉਦੋਂ ਪੜਨ ਦਾ ਜ਼ਿਆਦਾ ਸਵਾਦ ਆਏਗਾ ਜਦੋਂ ਇਹਦੀ ਵਾਰੀ ਆਏਗੀ। ਉਦੋਂ ਪਹਿਲਾਂ ਸਿਰਫ ਇੰਨੀ ਗੱਲ ਯਾਦ ਰੱਖ ਲਓ ਕਿ ਸੈਮੀਕੰਡਕਟਰਾਂ ਵਿੱਚ ਇਲੈਕਟ੍ਰੋਨਸ ਐਂਡ ਹੋਲਸ ਦੋਨੋਂ ਹੁੰਦੇ ਨੇ। ਹੁਣ ਗੱਲ ਆਉਂਦੀ ਕੰਡਕਟਰਾਂ ਦੀ। ਕੰਡਕਟਰਾਂ ਵਿੱਚ ਕੌਣ ਹੁੰਦਾ ਹੈ, ਕੰਡਕਟਰਾਂ 'ਚ ਕੌਣ ਹੁੰਦਾ ਘੁੰਮਣ ਵਾਸਤੇ, ਵੀ ਆਲ ਨੋ, ਠੀਕ ਹੈ। ਚਲੋ ਅੱਜ ਫਿਰ ਆਪਾਂ ਇੱਕ ਡਿਫਰੈਂਟ ਤਰੀਕੇ ਨਾਲ ਦੇਖਦੇ ਹਾਂ। ਹੁਣ ਜਿਹੜੇ ਕੰਡਕਟਰ ਨੇ, ਜਿਵੇਂ ਤੁਸੀਂ ਕੋਈ ਵੀ ਇੱਕ ਐਗਜ਼ਾਮਪਲ ਲਾ ਲਓ, ਕੋਈ ਵੀ ਮੈਟਰ ਬਣਿਆ ਤਾਂ ਬੇਟੇ ਐਟਮਸ ਤੋਂ ਹੋਇਆ, ਇਜ਼ਨਟ ਇਟ। ਹੁਣ ਆਪਾਂ ਜੇਕਰ ਆਪਣੇ ਕੋਲ ਇੱਕ ਕਾਪਰ ਦਾ ਬਲੌਕ ਹੈ ਨਾ, ਉਸ ਕਾਪਰ ਦੇ ਬਲੌਕ ਦੀ ਜੇ ਮੈਂ ਗੱਲ ਕਰਾਂ, ਉਹ ਅੰਦਰੋਂ ਕਾਹਦਾ ਬਣਿਆ, ਕਾਪਰ ਦੇ ਐਟਮਸ ਦਾ। ਹੁਣ ਕਿੱਡੇ ਕੁ ਛੋਟੇ ਹੁੰਦੇ ਨੇ, ਮਤਲਬ ਜੇ ਤੁਸੀਂ ਕਾਪਰ ਬਲੌਕ ਲੈ ਲਓ, ਸੇ ਐਡਾ ਕੋਈ ਕਾਪਰ ਬਲੌਕ ਹੈ ਤੇ ਇਹਦੇ 'ਚ ਹੁਣ ਕੀ ਕਹਾਂ ਮਿਲੀਅਨਸ ਆਫ ਕਾਪਰ ਐਟਮਸ ਹੋਣਗੇ, ਯਾਨੀ ਕਿ ਕਾਪਰ ਐਟਮ ਬਹੁਤ ਛੋਟਾ ਹੈ। ਮੈਂ ਆਪਦੇ ਆਪ ਨੂੰ ਕਦੀ ਕਦੀ ਇਹ ਸੋਚਦਾ ਹੁੰਦਾ ਅੱਖਾਂ ਬੰਦ ਕਰਕੇ, ਜਿਵੇਂ ਆਈਨਸਟਾਈਨ ਇਹ ਕਹਿੰਦਾ ਹੁੰਦਾ ਹੈ ਕਿ ਵੀ ਜਿਹੜੀ ਨੌਲੇਜ ਹੈ ਨਾ, ਉਹਦੇ ਨਾਲੋਂ ਇਮੈਜੀਨੇਸ਼ਨ ਜ਼ਿਆਦਾ ਇੰਪੋਰਟੈਂਟ ਹੈ। ਤਾਂ ਕਦੀ ਕਦੀ ਉੱਡ ਲਿਆ ਕਰੋ, ਮਤਲਬ ਆਪਦੇ ਆਪ ਨੂੰ ਇਮੈਜਿਨ ਕਰ ਲਿਆ ਕਰੋ ਕਿ ਤੁਸੀਂ ਇਹ ਬਹੁਤ ਛੋਟੇ ਸਬ ਐਟੋਮਿਕ ਲੈਵਲ ਦੇ ਹੋਗੇ ਤੇ ਤੁਸੀਂ ਕਿਸੇ ਕੰਡਕਟਰ ਦੇ ਯਾਨੀ ਕਿ ਕਿਸੇ ਪਾਈਪ ਦੇ ਅੰਦਰ ਵੜ ਗਏ। ਅੰਦਰ ਕਿੱਡੇ ਵੜ ਗਏ ਕਿ ਜਿਹੜੇ ਐਟਮ ਨੇ ਉਹਨਾਂ ਦੇ ਜਿਹੜੇ ਵੋਇਡਸ ਨੇ ਉਹਨਾਂ ਵਿਚਕਾਰ ਤੁਸੀਂ ਮੂਵ ਕਰ ਸਕਦੇ ਹੋ ਇੱਧਰ ਉੱਧਰ, ਠੀਕ ਹੈ। ਇਦਾਂ ਆਪਦੇ ਆਪ ਨੂੰ ਸਮਝ ਲਓ। ਹੁਣ ਅੰਦਰ ਤੁਹਾਨੂੰ ਕੀ ਸੀਨ ਮਿਲੇਗਾ ਉਹ ਆਪਾਂ ਦੇਖਦੇ ਹਾਂ, ਠੀਕ ਹੈ। ਸੋ ਤੁਸੀਂ ਦੇਖੋਗੇ ਕਿ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਹੋਣਾ, ਇਹ ਜਿਹੜਾ ਦਿਖ ਰਿਹਾ ਨਾ ਬੇਟੇ, ਮੈਂ ਮੰਨ ਲੈਂਦੇ ਕਿ ਇਹ ਇੱਕ ਕਾਪਰ ਦਾ ਬਲੌਕ ਹੈ, ਠੀਕ ਹੈ। ਹੁਣ ਕਾਪਰ ਦਾ ਬਲੌਕ ਜਿਹੜਾ ਹੈ ਉਹ ਅੱਗੋਂ ਕਾਹਦਾ ਬਣਿਆ ਹੋਇਆ ਹੈ, ਕੁਆਇਟ ਆਬਵੀਅਸ ਹੈ ਕਿ ਉਹ ਐਟਮਸ ਦਾ ਬਣਿਆ ਹੋਊਗਾ ਨਾ। ਹੁਣ ਜਿਹੜੇ ਇਹਦੇ ਅੰਦਰ ਐਟਮਸ ਨੇ ਉਹ ਸਾਰੇ ਟਾਈਟਲੀ ਪੈਕਡ ਨੇ ਕਿਉਂਕਿ ਇਹ ਸੋਲਿਡ ਹੈ। ਹੁਣ ਉਹਨਾਂ ਐਟਮਾਂ ਦੇ ਵਿੱਚੋਂ ਆਪਾਂ ਸਫ਼ਰ 'ਚ ਚਲੇ ਗਏ, ਆਪਾਂ ਇੱਕ ਐਟਮ ਦੇਖੀ, ਇਹਦੇ ਨਿਊਕਲੀਅਸ ਦੇ ਅਬਾਊਟ ਜਿਹੜਾ ਤੁਹਾਨੂੰ ਵਾਈਟ ਜਾਂ ਕਲਾਊਡ ਦਿਖ ਰਿਹਾ ਹੈ ਨਾ ਬੇਟਾ, ਇਹ ਐਕਚੁਅਲੀ ਇਲੈਕਟ੍ਰੋਨ ਕਲਾਊਡ ਹੈ। ਹੁਣ ਕੰਡਕਟਰਾਂ ਦਾ ਜਿਹੜਾ ਆਊਟਰ ਮੋਸਟ ਆਰਬਿਟ 'ਚ, ਇਹਨੂੰ ਆਪਾਂ ਥੋੜਾ ਸਲੋ ਕਰਦੇ ਹਾਂ ਵੀ ਇਲੈਕਟ੍ਰੋਨਸ ਆਪਾਂ ਨੂੰ ਦਿਖਣ ਲੱਗ ਪੈਣ, ਤਾਂ ਤੁਹਾਨੂੰ ਇਲੈਕਟ੍ਰੋਨਸ ਦਿਖ ਰਹੇ ਹੋਣੇ, ਲੇਕਿਨ ਜਿਹੜੇ ਆਊਟਰ ਮੋਸਟ ਆਰਬਿਟ 'ਚ ਇਲੈਕਟ੍ਰੋਨਸ ਘੁੰਮ ਰਹੇ ਨੇ ਉਹ ਥੋੜੇ ਕੰਡਕਟਰਾਂ ਵਿੱਚ ਅਲੱਗ ਹੁੰਦੇ ਨੇ। ਲੇਕਿਨ ਹੁਣ ਕੀ ਕੰਡਕਟਰ ਦੇ ਵਿੱਚ ਇੱਕੋ ਐਟਮ ਹੁੰਦਾ, ਇਦਾਂ ਤਾਂ ਨਹੀਂ ਹੁੰਦਾ। ਮੰਨ ਲਓ ਕਿ ਮੈਂ ਇਮੇਜਿਨ ਕਰਾਂ ਕਿ ਇਹਦੇ ਨੇੜੇ ਇੱਕ ਹੋਰ ਐਟਮ ਆ ਜਾਵੇ। ਹੁਣ ਜਦੋਂ ਦੋਨੇ ਜਣੇ ਇੱਕ ਦੂਜੇ ਦੇ ਨੇੜੇ ਨੇ ਤੇ ਇਹਨਾਂ ਦੇ ਇਲੈਕਟ੍ਰੋਨਸ ਕੀ ਕਰਦੇ ਨੇ ਬੇਟਾ, ਵੇਖੋ ਜਿਹੜੇ ਆਊਟਰ ਮੋਸਟ ਆਰਬਿਟ ਨੇ, ਇਫ ਯੂ ਕੈਨ ਸੀ, ਉਹ ਇੱਕ ਦੇ ਇਲੈਕਟ੍ਰੋਨ ਦੂਜੇ 'ਚ ਵੜਨੇ ਸ਼ੁਰੂ ਹੋ ਜਾਂਦੇ ਨੇ। ਅਗੇਨ ਕੰਡਕਟਰ ਵਿੱਚ ਦੋ ਐਟਮਸ ਨਹੀਂ ਹੁੰਦੇ, ਇਦਾਂ ਦੇ ਬਹੁਤ ਸਾਰੇ ਹੁੰਦੇ ਨੇ। ਉਹ ਸਾਰੇ ਜਦੋਂ ਘੁੰਮਦੇ ਨੇ ਇਦਾਂ, ਉਹਨਾਂ ਦੇ ਆਊਟਰ ਮੋਸਟ ਆਰਬਿਟ ਯਾਨੀ ਕਿ ਸਭ ਤੋਂ ਬਾਹਰਲੇ ਆਰਬਿਟ ਵਾਲੇ ਇਲੈਕਟ੍ਰੋਨਸ ਕੀ ਕਰਦੇ, ਧਿਆਨ ਨਾਲ ਦੇਖੋ ਕੀ ਹੋ ਰਿਹਾ। ਹੁਣ ਉਹ ਇੱਕ ਜਣਾ ਦੂਜੇ 'ਚ ਸੈਰ ਉੱਧਰ ਭੱਜੀ ਜਾ ਰਿਹਾ ਨਾ, ਅਵਾਰਾ ਹੋਏ ਫਿਰਦੇ ਨੇ। ਆਪਾਂ ਉਦੋਂ ਵੀ ਇਹ ਗੱਲ ਕਹੀ ਸੀਗੀ, ਕੰਡਕਟਰਾਂ ਨੂੰ ਬਾਈ ਨੇਚਰ ਰੱਬ ਨੇ ਬਣਾਇਆ ਹੀ ਇਦਾਂ ਦਾ, ਠੀਕ ਹੈ। ਮਤਲਬ ਬਾਈ ਨੇਚਰ ਦੇ ਐਗਜ਼ਿਸਟ ਲਾਈਕ ਦਿਸ ਕਿ ਇਹਨਾਂ ਦੇ ਜਿਹੜੇ ਆਊਟਰ ਮੋਸਟ ਆਰਬਿਟ ਵਾਲੇ ਇਲੈਕਟ੍ਰੋਨਸ ਨੇ ਉਹ ਇਦਾਂ ਉਦਾਂ ਅਵਾਰਾ ਘੁੰਮ ਸਕਦੇ ਹੁੰਦੇ ਨੇ। ਇਹੀ ਸਾਡੇ ਲਈ ਫਾਇਦੇਮੰਦ ਗੱਲ ਹੈ, ਠੀਕ ਹੈ। ਆਈ ਹੋਪ ਕਿ ਤੁਸੀਂ ਵਿਜ਼ੂਅਲਾਈਜ਼ ਕਰ ਪਾਏ ਹੋਵੋਗੇ ਐਂਡ ਹਮੇਸ਼ਾ ਯਾਦ ਰੱਖੋਗੇ ਕਿ ਕੰਡਕਟਰ ਦੇ ਅੰਦਰ ਕੀ ਹਾਲਾਤ ਨੇ। ਹੁਣ ਕਿਉਂਕਿ ਉਹਦੇ ਅੰਦਰ ਬਹੁਤ ਫ੍ਰੀ ਇਲੈਕਟ੍ਰੋਨਸ ਨੇ, ਤਾਂ ਯਾਦ ਕਰੋ ਕਿ ਜਦੋਂ ਕੰਡਕਟਰ ਦੇ, ਜਿਵੇਂ ਮੇਰੇ ਕੋਲ ਕੈਨ ਸੀਗਾ, ਕੈਨ ਦੇ ਨੇੜੇ ਜਦੋਂ ਮੈਂ ਵੈਨ ਡੀ ਗ੍ਰਾਫ ਜਨਰੇਟਰ ਲੈ ਕੇ ਗਿਆ ਸੀ ਤਾਂ ਕੀ ਕਰਿਆ ਸੀ, ਉਹਦੇ ਵੱਲ ਨੂੰ ਭੱਜ ਆਇਆ ਸੀ, ਯਾਦ ਹੈ। ਇਹਦਾ ਮਤਲਬ ਇਹ ਕਿ ਉਹਦੇ ਅੰਦਰ ਜਿਹੜੇ ਇਲੈਕਟ੍ਰੋਨ ਸੀਗੇ, ਕਿਉਂਕਿ ਵੈਨ ਡੀ ਗ੍ਰਾਫ ਜਨਰੇਟਰ ਜਿਹੜਾ ਮੇਰੇ ਕੋਲ ਹੈਂਡ ਹੈਲਡ ਸੀਗਾ, ਉਹਦੇ ਤੇ ਪੋਜ਼ਿਟਿਵ ਚਾਰਜ ਸੀ, ਉਹਨੇ ਉਹਦੇ ਇਲੈਕਟ੍ਰੋਨਸ ਨੂੰ ਕੀ ਕੀਤਾ, ਅਟਰੈਕਟ ਕਰ ਲਿਆ, ਕਿਉਂਕਿ ਘੁੰਮ ਫਿਰ ਸਕਦੇ ਨੇ ਯਾਰ। ਮੇਰੀ ਗੱਲ ਸਮਝ ਗਏ। ਸੋ ਕੰਡਕਟਰਾਂ ਦੇ ਵਿੱਚ ਕੌਣ ਟਾਈਟਲੀ ਪੈਕਡ ਹੈ, ਐਟਮਸ। ਐਟਮ ਦੇ ਬਿਲਕੁਲ ਸੈਂਟਰ 'ਚ ਕੌਣ ਹੁੰਦਾ, ਨਿਊਕਲੀਅਸ। ਨਿਊਕਲੀਅਸ ਦੇ ਅੰਦਰ ਕੌਣ ਹੁੰਦੇ ਨੇ, ਪ੍ਰੋਟੋਨਸ। ਤਾਂ ਕਦੀ ਵੀ ਕੰਡਕਟਰਾਂ ਦੇ ਅੰਦਰ ਪ੍ਰੋਟੋਨਸ ਨਹੀਂ ਚੱਲਦੇ ਹੁੰਦੇ, ਠੀਕ ਹੈ। ਕੌਣ ਚੱਲਦੇ ਹੁੰਦੇ ਨੇ, ਜਿਹੜੇ ਆ ਇਲੈਕਟ੍ਰੋਨਸ ਚੱਲਦੇ ਹੁੰਦੇ ਨੇ। ਸੋ ਆਪਾਂ ਬੋਲਾਂਗੇ ਕਿ ਕੰਡਕਟਰਾਂ ਦੇ ਅੰਦਰ ਕੌਣ ਚੱਲਦਾ ਹੈ। ਦੇਖੋ ਮੇਰੇ ਲਈ ਸਭ ਤੋਂ ਇੰਪੋਰਟੈਂਟ ਹੈ ਹੀ ਬੇਟਾ ਇਹ ਅੱਜ ਦੇ ਵਿੱਚ ਕਿ ਕੰਡਕਟਰਾਂ ਵਿੱਚ ਸਭ ਤੋਂ ਵਧੀਆ ਕੌਣ ਘੁੰਮਦਾ ਹੁੰਦਾ, ਫ੍ਰੀ ਇਲੈਕਟ੍ਰੋਨਸ, ਠੀਕ ਹੈ। ਐਂਡ ਸਾਡੇ ਲਈ ਸਭ ਤੋਂ ਬੈਨੀਫੀਸ਼ੀਅਲ। ਮੈਂ ਤਾਂ ਕਈ ਵਾਰੀ ਇਹ ਕਹਿੰਦਾ ਹੁੰਦਾ ਕਿ ਨੇਚਰ ਨੇ ਪਤਾ ਨਹੀਂ ਕਿੰਨਾ ਵਧੀਆ ਡਿਸਾਈਡ ਕੀਤਾ ਹੋਇਆ ਸਾਰਾ ਕੁਝ। ਜੇ ਐਵੇਂ ਨਾ ਹੁੰਦਾ ਤਾਂ ਸ਼ਾਇਦ ਆਪਣੇ ਕੋਲ ਤਾਰਾਂ ਨਾ ਬਣਦੀਆਂ, ਤੇ ਜੇ ਤਾਰਾਂ ਨਾ ਬਣਦੀਆਂ ਤਾਂ ਆਫਕੋਰਸ ਤੁਸੀਂ ਜਿਹੜਾ ਘਰ ਦੇ ਵਿੱਚ ਇਲੈਕਟ੍ਰਿਸਿਟੀ ਦਾ ਆਨੰਦ ਮਾਣ ਰਹੇ ਹੋ, ਘਰ ਕੀ ਯਾਰ ਕਿਤੇ ਮਰਜ਼ੀ ਸੋਚੋ, ਇਲੈਕਟ੍ਰਿਸਿਟੀ ਦੇ ਬਿਨਾਂ ਕੀ ਬਣੂਗਾ ਦੱਸੋ ਪਹਿਲਾਂ ਮੈਨੂੰ। ਕੋਈ ਡਿਵਾਈਸ ਨਹੀਂ ਬਣਦਾ। ਮਤਲਬ ਤੁਸੀਂ ਜੇ ਕਾਪੀ ਤੇ ਨੋਟ ਕਰ ਲਿਓ, ਪਤਾ ਨਹੀਂ ਕਿੰਨੇ ਜਣੇ ਕਰ ਰਹੇ ਹੋਗੇ, ਕਿ ਕਾਪੀ ਤੁਹਾਨੂੰ ਲੱਗਦਾ ਹੈ ਕਿ ਅੱਜ ਦੀ ਡੇਟ 'ਚ ਇਲੈਕਟ੍ਰਿਸਿਟੀ ਤੋਂ ਬਿਨਾਂ ਬਣ ਸਕਦੀ, ਕਿ ਜਿਹੜੇ ਪੈਨ ਨਾਲ ਤੁਸੀਂ ਲਿਖ ਰਹੇ ਹੋ, ਕੁਝ ਵੀ ਪੋਸੀਬਲ ਨਹੀਂ ਹੈਗਾ ਬੇਟੇ। ਸੋ ਇਹ ਪਤਾ ਨਹੀਂ ਬਾਈ ਨੇਚਰ ਹੀ ਯਾਰ, ਮੈਨੂੰ ਲੱਗਦਾ ਵੀ ਨੇਚਰ ਨੇ ਸਾਰਾ ਕੁਝ ਡਿਸਾਈਡ ਕੀਤਾ ਹੋਇਆ। ਸੋ ਇਹ ਆ ਗਈ ਗੱਲ ਬੇਟਾ ਚਾਰਜ ਕੈਰੀਅਰ ਦੀ। ਅਗਲੀ ਗੱਲ ਕਰਾਂਗੇ ਆਪਾਂ, ਡਿਫਾਈਨ ਕਰਾਂਗੇ ਕਿ ਫਿਰ ਕਰੰਟ ਕੀ ਹੈ। ਕਰੰਟ ਤੁਸੀਂ ਲੋਅਰ ਕਲਾਸਿਸ 'ਚ ਵੀ ਦੇਖਿਆ, ਮੈਨੂੰ ਇਸ ਗੱਲ ਆ। ਇਲੈਕਟ੍ਰਿਕ ਕਰੰਟ ਜਿਹੜਾ ਹੈ ਉਹ ਤੁਸੀਂ ਪਹਿਲਾਂ ਵੀ ਪੜ੍ਹਿਆ ਹੋਇਆ ਹੈ ਨਾ, ਪਰ ਅਗੇਨ ਯਕੀਨ ਮੰਨਿਓ ਕਿ ਤੁਹਾਡੇ ਦਿੱਤੇ ਗਏ 5 ਮਿੰਟ ਤੁਹਾਨੂੰ ਆਫ ਵਰਕ ਹੋਣਗੇ, ਤੁਸੀਂ ਧਿਆਨ ਨਾਲ ਸੁਣਨਾ ਹੈ, ਠੀਕ ਹੈ। ਬਰੀਕੀ ਨੂੰ ਨੋਟ ਕਰਨਾ ਹੈ, ਆਪਾਂ ਕਨਸੈਪਟ ਸਮਝਣਾ, ਠੀਕ ਹੈ। ਜੇ ਡੈਫੀਨੇਸ਼ਨ ਲਿਖਾਂ ਤਾਂ ਰੇਟ ਆਫ ਫਲੋ ਆਫ ਚਾਰਜ
through a given cross section of a conductor, क्योंकि मैं कंडक्टਰਾਂ ਦੀ ਹੀ ਗੱਲ ਕਰਨੀ ਤਾਂ मैं कंडक्टर ही लिख ਰਿਹਾ, वैसे करंट ਕੱਲਾ कंडक्टਰਾਂ 'ਚ नहीं ਚੱਲਦਾ, बहुत ज़्यादा जगह पर मैं ਇੱਥੇ सिर्फ कंडक्टर लिखਿਆ है, ਤਾਂ ਇਹਨੂੰ ਅਸੀਂ ਇਲੈਕਟ੍ਰਿਕ ਕਰੰਟ ਕਹਿੰਦੇ ਹਾਂ। ਠੀਕ ਹੈ, ਹੁਣ ਡੈਫੀਨੇਸ਼ਨ 'ਚ ਕੀ ਖਾਸ ਹੈ? ਰੇਟ ਆਫ ਫਲੋ ਆਫ ਚਾਰਜ ਦਾ ਫਾਰਮੂਲਾ ਮੈਂ ਤੁਹਾਨੂੰ ਦੱਸ ਦੇਣਾ। ਮੰਨ ਲਓ ਕਿ ਮੇਰੇ ਕੋਲ ਆਹ ਕੰਡਕਟਰ ਹੈ, ਹੁਣ ਇਹਦੇ 'ਚ ਆਫ ਕੋਰਸ ਜੇ ਮੈਂ ਬੈਟਰੀ ਲਗਾਈ ਹੋਈ ਤਾਂ ਚਾਰਜ ਚੱਲ ਰਿਹਾ ਹੈ। ਠੀਕ ਹੈ, ਹੁਣ ਜੇ ਚਾਰਜ ਚੱਲ ਰਿਹਾ ਹੈ ਤੇ ਆਪਾਂ ਕੀ ਕਰਨਾ ਹੈ ਕਿ ਜਿਹੜਾ ਰੇਟ ਆਫ ਫਲੋ ਆਫ ਚਾਰਜ ਕੱਢਣਾ ਹੈ। ਮਤਲਬ ਕੀ ਹੈ? ਚਲੋ ਮੈਂ ਐਨਾਲੋਜੀ ਤੇ ਸਿੱਧਾ ਜਾਣਾ, ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਆਹੀ ਗੱਲ ਨੋਟ ਕਰਨ ਵਾਲੀ ਹੁੰਦੀ ਹੈ, ਐਗਜ਼ਾਮਪਲਾਂ ਹੀ ਵਧੀਆ ਹੁੰਦੀਆਂ, ਮੈਨੂੰ ਤਾਂ ਐਂ ਲੱਗਦਾ ਹੁੰਦਾ। ਠੀਕ ਹੈ, ਵੀ ਇੱਕ ਰੋਡ ਹੈ, ਉਸ ਰੋਡ ਤੇ ਕਾਰਾਂ ਦਾ ਮਤਲਬ ਵਨ ਵੇ ਟ੍ਰੈਫਿਕ ਹੈ, ਕਾਰਾਂ ਸਿਰਫ ਇੱਕ ਸਾਈਡ ਤੇ ਜਾਂਦੀਆਂ ਨੇ, ਐਂਡ ਤੁਹਾਨੂੰ ਮੈਂ ਇੱਕ ਐਕਸਪੈਰੀਮੈਂਟਲ ਟਾਸਕ ਦੇਣਾ ਕਿ ਤੁਸੀਂ ਉਸ ਸੜਕ ਦੇ ਉੱਤੇ ਟ੍ਰੈਫਿਕ ਕਰੰਟ ਕੱਢਣਾ ਹੈ। ਟ੍ਰੈਫਿਕ ਕਰੰਟ ਮਤਲਬ ਕਿੰਨੀਆਂ ਕਾਰਾਂ ਪਰ ਸੈਕਿੰਡ ਇਸ ਸੜਕ ਤੇ ਚੱਲਦੀਆਂ ਨੇ। ਹੁਣ ਜੇਕਰ ਤੁਸੀਂ ਇਸ ਐਕਸਪੈਰੀਮੈਂਟ ਨੂੰ ਕਰਨ ਦੇ ਲਈ ਤੁਸੀਂ ਆਪ ਮੰਨ ਲਓ ਇੱਕ ਕਾਰ ਤੇ ਬਹਿ ਜਾਓ, ਠੀਕ ਹੈ, ਜਾਂ ਬਾਈਕ ਤੇ ਬਹਿ ਜਾਓ, ਤੇ ਬਹਿ ਕੇ ਤੇ ਉਸ ਸੜਕ ਦੇ ਉੱਤੇ ਐ ਜਾਣ ਲੱਗ ਪਓ ਨਾਲ ਵੀ ਅੱਛਾ 1 2 3 4 5 6 ਓਕੇ, ਫਿਰ ਅੱਗੇ ਚਲੇ ਗਏ, ਫਿਰ 1 2 3 ਗਿਣੀ ਗਏ। ਇੱਦਾਂ ਤੁਸੀਂ ਕੀ ਕਦੀ ਜਿਹੜਾ ਉਹਦਾ ਕਰੰਟ ਕੈਲਕੂਲੇਟ ਕਰ ਸਕਦੇ ਹੋ ਕਿੰਨੀਆਂ ਕਾਰਾਂ ਪਰ ਸੈਕਿੰਡ ਲੰਘ ਰਹੀਆਂ ਨੇ? ਇਹਦੇ 'ਚ ਪਤਾ ਕੀ ਪ੍ਰੋਬਲਮਸ ਨੇ? ਤੁਸੀਂ ਆਪ ਖੁਦ ਇੱਕ ਫਰੇਮ 'ਚ ਇੱਦਾਂ ਦੇ ਬਹਿ ਕੇ ਜਿਹੜਾ ਚੱਲ ਰਿਹਾ ਹੈ। ਦੂਜੀ ਗੱਲ ਹੈ ਕਿ ਕੁਝ ਕਾਰਾਂ ਇੱਦਾਂ ਦੀਆਂ ਹੋਣਗੀਆਂ ਜਿਹੜੀਆਂ ਹਮੇਸ਼ਾ ਤੁਹਾਡੇ ਤੋਂ ਪਿੱਛੇ ਰਹਿਣਗੀਆਂ, ਕੁਝ ਹਮੇਸ਼ਾ ਹੀ ਅੱਗੇ ਰਹਿਣਗੀਆਂ। ਇੱਦਾਂ ਨਹੀਂ ਤੁਸੀਂ ਟ੍ਰੈਫਿਕ ਕੈਲਕੂਲੇਟ ਕਰ ਸਕਦੇ। ਤੇ ਜਦੋਂ ਤੁਸੀਂ ਸੜਕ ਦੇ ਉੱਤੇ ਟ੍ਰੈਫਿਕ ਕਰੰਟ ਕੱਢਣਾ ਹੋਵੇ ਨਾ, ਤਾਂ ਤੁਹਾਨੂੰ ਇੱਕ ਨਾਕਾ ਲਾਉਣਾ ਪਏਗਾ। ਨਾਕਾ ਮਤਲਬ ਇੱਕ ਜਗ੍ਹਾ ਤੇ ਰੁਕਣਾ ਪਏਗਾ, ਟਿਕ ਕੇ ਬਹਿਣਾ ਪਏਗਾ। ਉੱਥੇ ਖੜ ਕੇ ਤੁਸੀਂ ਇਹ ਦੇਖੀ ਚਲੋਗੇ ਹਾਂ ਯਾਰ ਵੀ ਟਾਈਮ ਕਲੌਕ ਔਨ ਕੀਤਾ, ਇਹ ਮੰਨ ਲਓ 10 ਮਿੰਟ ਦੇ ਵਿੱਚ ਇੰਨੀਆਂ ਕਾਰਾਂ ਲੰਘੀਆਂ, ਰਾਈਟ? ਇੱਕ ਤਰੀਕਾ ਹੈ, ਮੇਰੀ ਗੱਲ ਨੂੰ ਸਮਝੇ? ਸੋ ਤੁਹਾਡੇ ਲਈ ਨਾਕਾ ਜ਼ਿਆਦਾ ਇੰਪੋਰਟੈਂਟ ਹੈ। ਸੋ ਸਿੱਖੀ ਗੱਲ ਇਹ ਹੈ ਕਿ ਕਰੰਟ ਕੱਢਣ ਦੇ ਲਈ ਸਭ ਤੋਂ ਪਹਿਲੇ ਨੰਬਰ ਪਤਾ ਕੀ ਚਾਹੀਦਾ? ਆਪਣੇ ਕ੍ਰੋਸ ਸੈਕਸ਼ਨ ਚਾਹੀਦਾ। ਹੁਣ ਕ੍ਰੋਸ ਸੈਕਸ਼ਨ ਕਿਵੇਂ ਦਾ ਲੈਣਾ ਹੈ? ਕ੍ਰੋਸ ਸੈਕਸ਼ਨ ਜਿਹੜਾ ਆਪਾਂ ਕਨਵੀਨੀਅੰਟਲੀ ਲੈਂਦੇ ਹਾਂ, ਬਿਲਕੁਲ ਪਰਪੈਂਡੀਕੂਲਰ ਇਦਾਂ ਕੱਟ ਲੈਂਦੇ ਹਾਂ। ਠੀਕ ਹੈ, ਹੁਣ ਇੱਕ ਪਰਪੈਂਡੀਕੂਲਰ ਕ੍ਰੋਸ ਸੈਕਸ਼ਨ ਲਿਆ, ਉਸ ਪਰਪੈਂਡੀਕੂਲਰ ਕ੍ਰੋਸ ਸੈਕਸ਼ਨ ਚੋਂ ਮੰਨ ਲਓ ਕਿ ਤੁਸੀਂ ਜਦੋਂ ਨੋਟ ਕੀਤਾ ਤੇ ਡੈਲਟਾ ਕਿਊ ਚਾਰਜ ਹੈ, ਡੈਲਟਾ ਮੈਨੇ ਚੇਂਜ ਇਨ ਚਾਰਜ, ਮਤਲਬ ਪਹਿਲਾਂ ਵੀ ਲੰਘ ਰਿਹਾ ਹੋਣਾ ਹੈ, ਬਾਅਦ 'ਚ ਵੀ ਲੰਘੇਗਾ, ਤਾਂ ਜਿੰਨੀ ਚਾਰਜ ਲੱਗਿਆ ਉਹਦਾ ਨਾਮ ਰੱਖਤਾ ਡੈਲਟਾ ਕਿਊ, ਐਂਡ ਜਿਹੜਾ ਤੁਹਾਡਾ ਟਾਈਮ ਨੋਟ ਕੀਤਾ ਦੈਟ ਵਾਸ ਡੈਲਟਾ ਟੀ। ਤਾਂ ਕਰੰਟ ਦਾ ਫਾਰਮੂਲਾ ਕੀ ਹੋਏਗਾ ਬੇਟੇ? ਕਰੰਟ ਹੋਏਗਾ ਡੈਲਟਾ ਕਿਊ ਬਾਈ ਡੈਲਟਾ ਟੀ। ਮੇਰੀ ਗੱਲ ਸਮਝ ਗਏ? ਇਸੇ ਤਰ੍ਹਾਂ ਪਾਣੀ ਦਾ ਕਰੰਟ ਕੈਲਕੂਲੇਟ ਕਰਨਾ ਸੀ ਵੀ ਤੁਹਾਨੂੰ ਕੀ ਕਰਨਾ ਪਏਗਾ? ਮੰਨ ਲਓ ਨਹਿਰ ਚੱਲਦੀ ਵੀ ਹੈ, ਤਾਂ ਨਹਿਰ ਦਾ ਵਾਟਰ ਕਰੰਟ ਜੇ ਕੈਲਕੂਲੇਟ ਕਰਨਾ ਤੁਹਾਨੂੰ ਕੀ ਕਰਨਾ ਪਏਗਾ? ਇੱਕ ਰਿੰਗ ਲੈ ਕੇ ਜਾਣੀ ਪਏਗੀ ਇਹਦੇ ਅੰਦਰ, ਇੱਕ ਕ੍ਰੋਸ ਸੈਕਸ਼ਨ। ਤਾਂ ਸਭ ਤੋਂ ਇੰਪੋਰਟੈਂਟ ਇਸ ਡੈਫੀਨੇਸ਼ਨ 'ਚ ਕੀ ਹੋਇਆ? ਨਾਕਾ। ਬਸ ਇਹ ਪੰਜਾਬੀਆਂ ਦਾ ਨਾਕਾ ਲਾ ਲਿਆ। ਇੱਥੇ ਖੜ ਕੇ ਆਪਾਂ ਇਹ ਦੇਖਣਾ ਵੀ ਕਿੰਨਾ ਚਾਰਜ ਪਰ ਯੂਨਿਟ ਟਾਈਮ ਲੰਘ ਰਿਹਾ। ਠੀਕ ਹੈ, ਇਸ ਤਰ੍ਹਾਂ ਓਕੇ। ਹੁਣ ਅਗਲੀ ਗੱਲ ਆਉਂਦੀ ਹੈ ਬੇਟੇ ਕਿ ਜਿਹੜਾ ਚਾਰਜ ਦਾ ਫਲੋ ਹੈ ਨਾ ਕਿਸੇ ਵੀ ਤਾਰ 'ਚ, ਉਹ ਦੋ ਤਰ੍ਹਾਂ ਦਾ ਹੋ ਸਕਦਾ ਹੈ। ਠੀਕ ਹੈ, ਦੋ ਤਰ੍ਹਾਂ ਦਾ ਕਿਹੜਾ ਫਲੋ ਹੋ ਸਕਦਾ ਹੈ? ਫਲੋ ਇਜ਼ ਆਫ ਟੂ ਟਾਈਪਸ। ਲਿਖੀ ਚੱਲਿਓ ਨਾਲ ਨਾਲ, ਟੂ ਟਾਈਪਸ। ਕਿਹੜਾ? ਇੱਕ ਹੈਗਾ ਸਟੈਡੀ ਫਲੋ, ਦੂਜਾ ਹੁੰਦਾ ਨਾਨ ਸਟੈਡੀ ਫਲੋ। ਸਟੈਡੀ ਫਲੋ ਦਾ ਮਤਲਬ ਹੁੰਦਾ ਹੈ ਜਦੋਂ ਲਗਾਤਾਰ ਇੱਕੋ ਜਿੰਨਾ ਚਾਰਜ ਚੱਲਦਾ ਹੋਵੇ। ਠੀਕ ਹੈ, ਵਿਦ ਟਾਈਮ, ਯਾਨੀ ਕਿ ਰੇਟ ਆਫ ਫਲੋ ਆਫ ਚਾਰਜ ਵਿਦ ਟਾਈਮ ਇਜ਼ ਕਨਸਟੈਂਟ, ਯਾਨੀ ਕਿ ਕਰੰਟ ਕਨਸਟੈਂਟ ਹੋਵੇ, ਐ ਕਹਿ ਲਓ। ਜਦੋਂ ਆਹ ਰੇਸ਼ੋ ਹਮੇਸ਼ਾ ਫਿਕਸ ਰਹੇ ਤੇ ਉਹਦਾ ਨਾਮ ਆਪਾਂ ਕੀ ਰੱਖਦਾ? ਥਰੂ ਆਊਟ ਦਾ ਟਾਈਮ। ਜਦੋਂ ਇਹ ਰੇਸ਼ੋ ਫਿਕਸ ਰਹੇ, ਇਨ ਦੈਟ ਕੇਸ ਅਸੀਂ ਕਿਊ ਆਈ ਦਾ ਫਾਰਮੂਲਾ ਪਤਾ ਕੀ ਲਿਖਦੇ? ਸਿੰਪਲੀ ਕਿਊ ਬਾਈ ਟੀ, ਰਾਈਟ? ਸਿੰਪਲੀ ਕਿਊ ਬਾਈ ਟੀ ਮਤਲਬ ਜਦੋਂ ਜਿੰਨਾ ਮਰਜ਼ੀ ਟਾਈਮ ਲਓ, ਉਨੇ ਟਾਈਮ ਤੇ ਜਿਹੜਾ ਚਾਰਜ ਲਿਖਿਆ ਲੰਘ ਗਿਆ ਉਸ ਕ੍ਰੋਸ ਸੈਕਸ਼ਨ ਚੋਂ ਉੱਪਰ ਭਰੋ ਤੇ ਤੁਹਾਨੂੰ ਕਰੰਟ ਮਿਲ ਜਾਏਗਾ। ਲੇਕਿਨ ਜਦੋਂ ਨੋਨ ਸਟੈਡੀ ਫਲੋ ਹੋਵੇ ਬੇਟੇ, ਫਿਰ ਆਪਾਂ ਦੋ ਤਰੀਕਿਆਂ ਨਾਲ ਕਰੰਟ ਨੂੰ ਕੱਢਦੇ ਹਾਂ। ਠੀਕ ਹੈ, ਪਹਿਲੀ ਗੱਲ ਤਾਂ ਜਦੋਂ ਨੋਨ ਸਟੈਡੀ ਫਲੋ ਹੋਵੇ, ਨੋਨ ਸਟੈਡੀ ਦਾ ਮਤਲਬ ਹੈ ਕਦੀ ਜ਼ਿਆਦਾ ਹੋ ਜਾਂਦਾ, ਕਦੀ ਘੱਟ ਹੋ ਜਾਂਦਾ। ਜਿਵੇਂ ਆਮ ਤੌਰ ਤੇ ਵੱਡੇ ਸ਼ਹਿਰਾਂ 'ਚ ਇਦਾਂ ਹੁੰਦਾ ਹੈ ਕਿ ਜਿਹੜਾ ਫਲੋ ਹੈ ਉਹ ਜਦੋਂ ਟ੍ਰੈਫਿਕ ਸਿਗਨਲ ਤੇ ਪਹੁੰਚਦੀਆਂ ਗੱਡੀਆਂ, ਤਾਂ ਉੱਥੇ ਜਾ ਕੇ ਜੇ ਰੈੱਡ ਲਾਈਟ ਹੋਈ ਹੋਵੇ ਤਾਂ ਉੱਥੇ ਸਲੋ ਹੋ ਜਾਂਦਾ ਹੈ, ਸਮਝਦੇ ਹੋ ਨਾ? ਲੇਕਿਨ ਜਿਵੇਂ ਗ੍ਰੀਨ ਲਾਈਟ ਹੁੰਦੀ ਹੈ, ਕਈ ਲੋਕ ਤਾਂ ਗ੍ਰੀਨ ਲਾਈਟ ਅਜੇ 3-4 ਸਕਿੰਟ ਪਏ ਹੁੰਦੇ ਨੇ, ਪਹਿਲੇ ਭੱਜ ਦਿੰਦੇ ਨੇ, ਹੈ ਨਾ? ਤਾਂ ਅਸੀਂ ਇਹ ਬੋਲਾਂਗੇ ਕਿ ਉਹ ਜਿਹੜਾ ਫਲੋ ਹੈ ਉਹ ਨੋਨ ਸਟੈਡੀ ਫਲੋ ਹੈ ਉਸ ਟਾਈਮ, ਉਸ ਸੜਕ ਦੇ ਉੱਤੇ। ਤਾਂ ਨੋਨ ਸਟੈਡੀ ਫਲੋ ਦੇ ਲਈ ਆਪਾਂ ਨੂੰ ਕੀ ਕਰਨਾ ਪੈਂਦਾ? ਹੁਣ ਜਿਵੇਂ ਉਹ ਗ੍ਰੀਨ ਲਾਈਟ ਵਾਲੀ ਜਗ੍ਹਾ ਹੈ, ਉੱਥੇ ਜੇ ਆਪਾਂ ਇਹ ਗੱਲ ਕਰੀਏ ਵੀ ਅਜੇ ਰੈੱਡ ਲਾਈਟ ਹੈ, ਤਾਂ ਉਸ ਕ੍ਰੋਸ ਸੈਕਸ਼ਨ ਦੇ ਉੱਤੇ ਜਿਹੜਾ ਆਪਾਂ ਕਰੰਟ ਮੈਜ਼ਰ ਕਰਾਂਗੇ ਜਾ ਕੇ, ਹੁਣ ਨੋਨ ਸਟੈਡੀ ਹੈ ਨਾ, ਤਾਂ ਉੱਥੇ ਕੋਈ ਵੀ ਜਦੋਂ ਰੈੱਡ ਲਾਈਟ ਹੋਈ ਤਾਂ ਕੋਈ ਵੀ ਕਰੰਟ ਨਹੀਂ ਹੈਗਾ, ਟ੍ਰੈਫਿਕ ਮਤਲਬ ਉਹਦਾ ਗੱਡੀਆਂ ਦਾ ਟ੍ਰੈਫਿਕ ਨਹੀਂ ਹੈਗਾ, ਤਾਂ ਅਸੀਂ ਬੋਲਾਂਗੇ ਇਸ ਟਾਈਮ ਟ੍ਰੈਫਿਕ ਕਰੰਟ ਜ਼ੀਰੋ ਹੈ। ਲੇਕਿਨ ਜਿਵੇਂ ਹੀ ਗ੍ਰੀਨ ਲਾਈਟ ਹੋ ਜਾਂਦੀ, ਗੱਡੀਆਂ ਲੰਘਣੀਆਂ ਸ਼ੁਰੂ ਹੋ ਜਾਂਦੀਆਂ ਨੇ, ਚਲੋ ਟ੍ਰੈਫਿਕ ਕਰੰਟ ਹੁੰਦਾ। ਲੇਕਿਨ ਜਦੋਂ ਹੀ ਰੈੱਡ ਲਾਈਟ ਹੋਣ ਵਾਲੀ ਹੁੰਦੀ ਹੈ,
ਫਿਰ ਇੱਕ ਵਾਰੀ ਤੇਜ਼ ਹੋ ਜਾਂਦਾ ਹੁੰਦਾ ਕਿ ਨਹੀਂ ਹੁੰਦਾ। ਤਾਂ ਅਸੀਂ ਕਹਿੰਦੇ ਵੀ ਯਾਰ ਅਲੱਗ-ਅਲੱਗ ਟਾਈਮ ਤੇ ਇਸ ਕ੍ਰੋਸ ਸੈਕਸ਼ਨ ਦੇ ਵਿੱਚੋਂ ਅਲੱਗ-ਅਲੱਗ ਰੇਟ ਆਫ ਫਲੋ ਹੈ। ਠੀਕ ਹੈ, ਹੁਣ ਜੇ ਅਲੱਗ-ਅਲੱਗ ਰੇਟ ਆਫ ਫਲੋ ਹੈ ਤਾਂ ਉਹਨੂੰ ਆਪਾਂ ਦੋ ਤਰੀਕਿਆਂ ਨਾਲ ਕੱਢਦੇ ਹਾਂ। ਪਹਿਲਾਂ ਜਿਹੜੀ ਮੇਨ ਗੱਲ ਹੈ ਉਹ ਇਹ ਹੈ ਕਿ ਕਿਉਂਕਿ ਡੈਲਟਾ ਕਿਊ ਬਾਈ ਡੈਲਟਾ ਟੀ ਆਪਾਂ ਕੱਢਦੇ ਹੁੰਦੇ ਆ, ਤਾਂ ਜੇ ਮੈਂ ਕਹਾਂ ਕਿ ਮੇਰਾ ਡੈਲਟਾ ਟੀ 0 ਨੂੰ ਅਪਰੋਚ ਕਰੇ, ਮਤਲਬ ਮੈਂ ਹੁਣ ਦੇਖਿਆ ਵੀ ਮੈਂ ਇੱਦਾਂ ਨਾਕੇ 'ਤੇ ਖੜਾ ਹੋਇਆ, ਮੈਂ ਕਿਹਾ ਯਾਰ ਓਏ 2 ਸੈਕਿੰਡ ਦੇ ਵਿੱਚ 10 ਗੱਡੀਆਂ ਲੰਘ ਗਈਆਂ, ਅਸੀਂ ਕਹਾਂਗੇ ਯਾਰ ਵਾਹ ਇਹ ਇੱਕ ਇੰਸਟੈਂਟੇਨੀਅਸ ਵੈਲਿਊ। ਜੇ ਮੈਂ ਕਹਾਂ 1 ਸੈਕਿੰਡ 'ਚ 5 ਗੱਡੀਆਂ ਲੰਘ ਗਈਆਂ ਤਾਂ ਇਹ ਇੰਸਟੈਂਟੇਨੀਅਸ ਵੈਲਿਊ ਬਣੀ ਦੀ। ਜਦੋਂ ਟਾਈਮ ਇੰਟਰਵਲ ਬਹੁਤ ਛੋਟਾ ਹੋ ਜੇ ਨਾ, ਟਾਈਮ ਇੰਟਰਵਲ ਵੈਸੇ ਤਾਂ ਮੈਂ 1 ਸੈਕਿੰਡ ਵੀ ਬਹੁਤ ਵੱਡਾ ਗਿਆ, ਸਾਇੰਸ ਦੀ ਟਰਮ 'ਚ ਇਹਦਾ ਮਤਲਬ ਹੈ ਕਿ ਟਾਈਮ ਇੰਟਰਵਲ ਇਜ਼ ਵੈਰੀ 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 ਸਮੋਲ। ਇੰਨੇ ਥੋੜੇ ਟਾਈਮ ਦੇ ਵਿੱਚ ਜਦੋਂ ਤੁਸੀਂ ਕੱਢੋਗੇ ਤਾਂ ਅਸੀਂ ਉਹਨੂੰ ਬੋਲਾਂਗੇ ਵੀ ਇਹ ਉਸ ਇਨਸਟੈਂਟ ਦੀ ਵੈਲਿਊ ਵੀ ਹੁਣ ਇੰਨਾ ਲੰਘ ਰਿਹਾ। ਆਈ ਹੋਪ ਯੂ ਆਰ ਗੈਟਿੰਗ ਮਾਈ ਪੁਆਇੰਟ, ਹੈ ਨਾ। ਜਿੰਨਾ ਟਾਈਮ ਥੋੜਾ ਲੋਗੇ ਤਾਂ ਇਹਦਾ ਮਤਲਬ ਇਹ ਹੈ ਕਿ ਇਹਨੂੰ ਅਸੀਂ ਲਿਖੀਦਾ ਕਿੱਦਾਂ, ਇਹਦਾ ਇੱਕ ਸੌਖਾ ਢੰਗ ਹੁੰਦਾ ਹੈ। ਆਪਾਂ ਪਹਿਲੇ ਯੂਨਿਟ 'ਚ ਵੀ ਗੱਲ ਕੀਤੀ ਸੀ, ਉਹਨੂੰ ਲਿਖੀਦਾ dq/dt। ਜਦੋਂ ਵੀ ਆਹ ਲਿਮਿਟ ਪਾਈ ਹੋਵੇ ਨਾ ਅੱਗੇ ਤੇ ਜਿਹੜੇ ਡੈਲਟੇ ਨੇ ਇਹਨੂੰ ਛੋਟਾ ਢੰਗ ਹੈ d ਲਿਖ ਲਈਦਾ। d ਦਾ ਮਤਲਬ ਹੁੰਦਾ ਉਹੀ ਰੇਟ ਆਫ ਫਲੋ ਆਫ ਚਾਰਜ ਵਿਦ ਟਾਈਮ। ਲੇਕਿਨ ਇਹਦੇ ਤੇ ਇਹਨਾਂ ਦੋਨਾਂ 'ਚ ਫਰਕ ਕੀ ਹੈ? ਇਹਦਾ ਮਤਲਬ ਹੈ ਕਿ ਦ ਚੇਂਜਸ ਆਰ ਵੈਰੀ 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 ਸਮੋਲ, ਯਾਨੀ ਕਿ ਜਿਹੜੀ ਆਪਾਂ ਵੈਲਿਊ ਕੱਢ ਰਹੇ ਹੋ ਕਿਹੜੀ ਕੱਢ ਰਹੇ ਹਾਂ? ਇੰਸਟੈਂਟੇਨੀਅਸ। ਠੀਕ ਹੈ, ਉਸੇ ਹੀ ਚੌਂਕ ਦੇ ਵਿੱਚ ਜੇ ਤੁਸੀਂ ਐ ਕਰੋ ਵੀ ਤੁਸੀਂ ਸਵੇਰੇ ਬਹਿ ਜਾਓ ਤੇ ਸ਼ਾਮ ਤੱਕ ਬੈਠੇ ਹੀ ਰਹੋ ਜਾਂ ਘੰਟੇ ਦਾ ਨੋਟ ਕਰੋ, ਟਾਈਮ ਇੰਟਰਵਲ ਵੱਡਾ ਹੋ ਜਾਏ, ਫਿਰ ਜਿਹੜਾ ਤੁਹਾਡੇ ਕੋਲ ਕਰੰਟ ਆਏਗਾ ਹੁਣ ਵੱਧਦਾ ਘਟਦਾ ਰਹੇਗਾ ਬੇਟੇ, ਹੈ ਨਾ। ਫਿਰ ਜਦੋਂ ਤੁਸੀਂ ਇਹਨੂੰ ਵੈਲਿਊ ਨੂੰ ਕੱਢੋਗੇ ਇਸੇ ਨੋਨ ਸਟੱਡੀ ਦੇ ਵੇਲੇ, ਤਾਂ ਹੁਣ ਜੇ ਤੁਸੀਂ ਕਹੋ ਵੀ ਸਰ ਵੀ ਅਸੀਂ ਐ ਕੀਤਾ ਜੀ 1 ਘੰਟਾ ਬੈਠੇ, ਉਹਦੇ 'ਚ ਟੋਟਲ ਵੀ ਇੰਨਾ ਚਾਰਜ ਲੰਘ ਗਿਆ, ਜੇ ਮੈਂ ਤਾਰ ਦੀ ਗੱਲ ਕਰਾਂ ਜਾਂ ਇੰਨੀਆਂ ਕਾਰਾਂ ਲੰਘ ਗਈਆਂ, ਤਾਂ ਉਵੇਂ ਹੀ ਜਦੋਂ ਇੰਨੇ ਵੱਡੇ ਟਾਈਮ ਦੇ ਵਿੱਚ ਵੱਡਾ ਚਾਰਜ ਲੰਘਿਆ ਤਾਂ ਜਿਹੜੀ ਹੁਣੇ ਵੈਲਿਊ ਆਏਗੀ ਇਹਨੂੰ ਅਸੀਂ ਬੋਲਾਂਗੇ ਇਹ ਦੀ ਕਿਹੜੀ ਵੈਲਿਊ ਹੈ? ਐਵਰੇਜ ਹੋਗੀ ਨਾ। ਮੇਰੀ ਗੱਲ ਸਮਝ ਗਏ ਨਾ। ਤੇ ਇਹ ਇੰਸਟੈਂਟੇਨੀਅਸ ਹੋ ਗਈ ਕਿਉਂਕਿ ਆਪਾਂ ਇੱਕ ਇੰਸਟੈਂਟ ਤੇ ਦੇਖਿਆ ਵੀ ਉਹ ਯਾਰ ਹੁਣ ਇੰਨੀਆਂ ਲੰਘੀਆਂ ਨੇ। ਤੇ ਇਹ ਕੀ ਨੇ? ਇਹ ਤਾਂ ਆਪਾਂ ਬਹਿ ਕੇ ਵੇਟ ਜੀ ਕੀਤੀ ਤਾਂ ਇੰਨਾ ਆਇਆ। ਸੋ ਆਈ ਹੋਪ ਕਿ ਤੁਹਾਨੂੰ ਇਹ ਕਲੀਅਰ ਹੈ। ਇਹਦੀ ਸਕਰੀਨਸ਼ਾਟ ਲਓ ਬੇਟੇ ਪਹਿਲਾਂ। ਓਕੇ, ਹੁਣ ਅਗਲੀ ਗੱਲ ਹੁੰਦੀ ਹੈ ਕਿ ਕਰੰਟ ਦਾ ਐਸਆਈ ਯੂਨਿਟ ਕੀ ਹੈ ਬੇਟੇ। ਠੀਕ ਹੈ, ਇਹ ਕਲੀਅਰ ਹੈ ਸਾਰਿਆਂ ਨੂੰ? ਇਹ ਵਾਲਾ ਦੋ ਤਰ੍ਹਾਂ ਦਾ ਫਲੋ ਆਪਾਂ ਪੜ੍ਹ ਲਿਆ, ਇੱਕ ਸਟੱਡੀ ਇੱਕ ਨੋਨ ਸਟੱਡੀ। ਇਹਦੇ ਹੀ ਆਪਾਂ ਨੂਮੈਰੀਕਲਸ ਹੁਣੇ ਕਰਨੇ ਵੀ ਹੈ, ਤਾਂ ਤੁਸੀਂ ਇਹਨੂੰ ਯਾਦ ਵੀ ਰੱਖਣਾ। ਠੀਕ ਹੈ, ਸੋ ਮੈਂ ਗੱਲ ਕਰਦਾ ਕਿ ਜਿਹੜਾ ਕਰੰਟ ਹੁੰਦਾ ਨਾ ਬੇਟੇ, ਇਹਦਾ ਐਸਆਈ ਯੂਨਿਟ ਜਿਹੜਾ ਹੁੰਦਾ ਆਪਾਂ ਪੜਿਆ ਹੋਇਆ ਐਂਪੀਅਰ ਹੁੰਦਾ। ਠੀਕ ਹੈ, ਜਾਂ ਤਾਂ ਇਦਾਂ ਲਿਖੀਦਾ ਬੇਟੇ, ਜੇ ਤੁਸੀਂ ਐਂਪੀਅਰ ਪੂਰਾ ਲਿਖਣਾ ਹੈ ਫਿਰ ਇਹ ਪਹਿਲੀ ਜਿਹੜੀ ਉਹ ਛੋਟੀ ਪਾਉਣੀ ਹੈ, ਯਾਦ ਰੱਖਣਾ। ਠੀਕ ਹੈ, ਐਂਪੀਅਰ। ਐਂਡ ਜੇ ਤੁਹਾਨੂੰ ਇਹਨਾਂ ਬਾਰੇ ਜਾਣਕਾਰੀ ਘੱਟ ਹੈ ਤਾਂ ਮੇਰਾ ਜਿਹੜਾ +1 ਦਾ ਲੈਕਚਰ ਨੰਬਰ ਯੂਨਿਟਸ ਐਂਡ ਮੈਜਰਮੈਂਟ ਦਾ ਲੈਕਚਰ 2 ਤੇ ਲੈਕਚਰ 3 ਇਹ ਤੁਸੀਂ ਦੇਖੋ ਸਾਰੇ ਜਣੇ। ਠੀਕ ਹੈ, ਇਹਦੇ 'ਚ ਤੁਹਾਨੂੰ ਕਈ ਗੱਲਾਂ ਪਤਾ ਲੱਗਣਗੀਆਂ, ਕਈ ਵਾਰੀ ਵੀਕ ਹੁੰਦਾ ਆਸਪੈਕਟ। ਐਂਡ ਇੱਕ ਗੱਲ ਮੈਂ ਤੁਹਾਨੂੰ ਸੱਚ ਹੋਰ ਕਹਿਣੀ ਹੈ ਕਿ ਜਿਵੇਂ ਤੁਸੀਂ ਸਾਰੇ ਜਣੇ ਏਡੀ ਵੱਡੀ ਕਲਾਸ +2 ਦੀ ਬਣਾ ਲਈਏ, ਇੱਦਾਂ ਮੇਰੀ ਹੈਲਪ ਕਰੋ ਕਿ +1 ਦੇ ਬਹੁਤ ਸਾਰੇ ਬੱਚਿਆਂ ਤੱਕ ਜਿਹੜੇ ਆਪਣੇ ਇਹ ਵੀਡੀਓਜ਼ ਨੇ ਇਹਨਾਂ ਨੂੰ ਪਹੁੰਚਾਓ ਜਾਂ ਉਹਨਾਂ ਨੂੰ ਨਾਲ ਜੋੜੋ, ਸੋ ਦੈਟ ਕਿ ਆਪਾਂ ਉਹਦਾ ਵੀ ਇੱਕ ਫੁੱਲ ਸਵਿੰਗ 'ਚ ਕੰਮ ਚਲਾ ਸਕੀਏ। ਐਂਡ ਤੁਸੀਂ ਵੀ ਉਹਨਾਂ ਵੀਡੀਓਜ਼ ਦਾ ਫਾਇਦਾ ਲੈਂਦੇ ਰਿਹਾ ਕਰੋ। ਜਿਵੇਂ ਇੱਕ ਟ੍ਰਿਗਨੋਮੈਟਰੀ ਦੀ ਵੀਡੀਓ ਹੁਣ ਮੈਂ ਬਣਾਤੀ ਹੈ, ਮੇ ਵੀ ਤੁਹਾਨੂੰ ਲਿੰਕ ਮਿਲ ਗਿਆ ਕਿ ਨਹੀਂ, ਉਸ ਟ੍ਰਿਗਨੋਮੈਟਰੀ ਵਾਲੀ ਵੀਡੀਓਜ਼ ਨੂੰ ਜ਼ਰੂਰ ਦੇਖ ਲਓ ਜੇ ਤੁਹਾਡਾ ਉਹਦੇ 'ਚ ਹੱਥ ਤੰਗ ਹੈਗਾ ਤਾਂ। ਚਲੋ ਗੱਲ ਸ਼ੁਰੂ ਕਰੀਏ ਕਿ ਐਸਆਈ ਯੂਨਿਟ ਆਫ ਕਰੰਟ ਜਿਹੜਾ ਉਹ ਹੈਗਾ ਐਂਪੀਅਰ। ਇਹਨੂੰ ਜੇਕਰ ਤੁਸੀਂ ਪੂਰਾ ਨਾਮ ਲਿਖਣਾ ਤੇ ਫਿਰ ਸਾਇੰਟਿਸਟ ਦੇ ਨਾਮ ਦਾ ਪਹਿਲਾ ਲੈਟਰ ਸਮਾਲ ਪਾਉਣਾ ਹੈ। ਠੀਕ ਹੈ, ਹੁਣ ਵਾਟ ਇਜ਼ 1 ਐਂਪੀਅਰ? ਅਸੀਂ ਕਹਿੰਦੇ ਤਾਰ ਦੇ ਕਿਸੇ ਵੀ ਕ੍ਰੋਸ ਸੈਕਸ਼ਨ, ਇਹ ਬਹੁਤ ਇੰਪੋਰਟੈਂਟ ਹੈ, ਕਿਸੇ ਵੀ ਕ੍ਰੋਸ ਸੈਕਸ਼ਨ ਚੋਂ ਕਰੰਟ 1 ਐਂਪੀਅਰ ਕਦੋਂ ਹੋਏਗਾ? ਜਦੋਂ 1 ਸੈਕਿੰਡ ਵਿੱਚ, ਟਾਈਮ ਨੂੰ ਵੀ 1 ਸੈਕਿੰਡ ਕਰਤਾ, ਕਿੰਨਾ ਚਾਰਜ ਲੰਘ ਜੇ ਬੇਟਾ? 1 ਕੂਲਮ। ਜਦੋਂ ਵੀ ਕਿਸੇ, ਇੱਥੇ ਬੜੀ ਘੈਂਟ ਜੀ ਗੱਲ ਆਣੀ ਹੈ, ਧਿਆਨ ਨਾਲ ਸੁਣਨਾ। ਐਂਡ ਫਿਰ ਚਲੋ ਹੁਣ ਤੁਸੀਂ ਕਹੋਗੇ ਸਰ ਬਾਰ-ਬਾਰ ਪਿਛਲੀ ਗੱਲ ਕਰਦੇ ਨੇ, ਪਿੱਛੇ ਆਪਾਂ ਇੱਕ ਕੰਮ ਕੀਤਾ ਸੀ ਇਦਾਂ ਦਾ ਜਿਹੜਾ ਕਿ ਇੱਥੇ ਬੜਾ ਵਧੀਆ ਯੂਜ਼ ਹੋਣਾ। 1 ਸੈਕਿੰਡ ਜਿਹੜਾ ਚਾਰਜ 1 ਸੈਕਿੰਡ ਦੇ ਵਿੱਚ, ਜੇਕਰ ਆਪਾਂ 1 ਸੈਕਿੰਡ ਦਾ ਇੱਥੇ ਟਾਈਮ ਲਾਈਏ ਤੇ 1 ਕੂਲਮ ਚਾਰਜ ਇਹਦੇ ਚੋਂ ਲੰਘ ਜਾਵੇ ਤਾਂ ਅਸੀਂ ਬੋਲਾਂਗੇ ਕਰੰਟ ਕਿੰਨਾ ਲੰਘਿਆ ਇਸ ਕ੍ਰੋਸ ਸੈਕਸ਼ਨ ਚੋਂ? 1 ਐਂਪੀਅਰ। ਹੁਣ ਮੈਂ ਕੀ ਗੱਲ ਕਰਨਾ ਚਾਹੁੰਦਾ ਸੀ, ਤੁਹਾਨੂੰ ਜੇ ਯਾਦ ਹੋਵੇ 1 ਕੂਲਮ ਬਹੁਤ ਵੱਡਾ ਚਾਰਜ ਹੈ। ਤੁਹਾਨੂੰ ਜੇ ਇਹ ਯਾਦ ਹੋਵੇ ਕਿ ਜਿਹੜਾ ਆਪਣਾ ਵੈਂਡੀਗ੍ਰਾਫ ਜਨਰੇਟਰ ਇੱਥੇ ਪਿਆ ਹੁੰਦਾ ਸੀਗਾ ਜਦੋਂ ਆਪਾਂ ਪਿੱਛੇ ਇਲੈਕਟ੍ਰੋਸਟੈਟਿਕਸ ਪੜਿਆ, ਤਾਂ ਉਸ ਵੈਂਡੀਗ੍ਰਾਫ ਜਨਰੇਟਰ ਤੇ ਵੱਧ ਤੋਂ ਵੱਧ ਜਿਹੜਾ ਚਾਰਜ ਹੈ ਮੈਨੂੰ ਯਾਦ ਨਹੀਂ, ਲੇਕਿਨ 10 ਮਾਈਕਰੋ ਕੂਲਮ ਦੇ ਨੇੜੇ ਆਇਆ ਸੀ। 10 ਮਾਈਕਰੋ ਕੂਲਮ ਜਿਹੜਾ ਉਹ ਬਣੇਗਾ 0 ਪੁਆਇੰਟ ਫਿਰ 5 ਜ਼ੀਰੋਆਂ ਫਿਰ 1 ਨਾ 4 ਜ਼ੀਰੋਆਂ ਫਿਰ 1। ਠੀਕ ਹੈ, ਬਹੁਤ ਛੋਟਾ ਬਣਿਆ ਨਾ, ਸਮਝੋ ਗੱਲ ਨੂੰ। ਤਾਂ ਇੰਨਾ ਛੋਟਾ ਚਾਰਜ ਆਉਂਦਾ ਇੱਕ ਵੈਂਡੀਗ੍ਰਾਫ ਜਨਰੇਟਰ ਦੇ, ਜਿਹੜਾ ਵੇਖੋ ਕਿਵੇਂ ਧਮਾਕੇ ਪਾਉਂਦਾ ਸੀ। ਇਹ ਕੂਲਮ ਚਾਰਜ ਲੰਘਾਉਣਾ ਪਏਗਾ, ਪਰ ਇਹ ਕੂਲਮ ਚਾਰਜ ਲੱਗਦਾ ਕਿਵੇਂ? ਆਪਣੇ ਘਰਾਂ ਦੇ ਵਿੱਚ ਆਮ ਤੌਰ ਤੇ ਜਿੰਨੇ ਵੀ ਅਪਲਾਈਐਂਸਿਸ ਨੇ ਤੁਹਾਡੇ, ਮੈਂ ਤੁਹਾਡੀ ਜਾਣਕਾਰੀ ਇਸੇ ਦੱਸ ਦਿੰਦਾ, ਲਿਖ ਵੀ ਲਓ ਨਾਲ।
ਕਿ ਜਿੰਨੇ ਵੀ ਆਪਣੇ ਘਰਾਂ 'ਚ ਅਪਲਾਈਐਂਸਿਸ ਨੇ ਇਹਨਾਂ ਦੇ ਵਿੱਚ ਜਿਹੜਾ ਕਰੰਟ ਹੈ ਉਹ ਇਹੀ ਉਹਦਾ ਜਿਹੜਾ ਆਰਡਰ ਆਫ ਮੈਗਨੀਟਿਊਡ ਉਹ 1 ਐਂਪੀਅਰ ਹੈ, ਯਾਨੀ ਕਿ 1 ਐਂਪੀਅਰ 2 ਐਂਪੀਅਰ 3 ਐਂਪੀਅਰ 4 ਐਂਪੀਅਰ ਇੱਥੋਂ ਤੱਕ ਚੀਜ਼ਾਂ ਚੱਲਦੀਆਂ ਨੇ ਆਪਣੇ ਘਰਾਂ ਦੇ ਵਿੱਚ। ਠੀਕ ਹੈ, ਮਤਲਬ ਐਂਪੀਅਰ ਚੱਲਦਾ ਹੈ, ਯਾਨੀ ਕਿ ਪੱਕੀ ਗੱਲ 1 ਸੈਕਿੰਡ 'ਚ ਇੰਨਾ ਚਾਰਜ ਲੰਘਦਾ ਹੋਊਗਾ। ਮੈਂ ਦੱਸਦਾ ਕਿਉਂ, ਇਹਦਾ ਮਤਲਬ ਕੀ ਹੈ, ਕਿਵੇਂ ਲੰਘਦਾ ਹੋਊਗਾ, ਪਹਿਲਾਂ ਸੁਣ ਲਓ। ਲੇਕਿਨ ਜਦੋਂ ਬਿਜਲੀ ਚਮਕਦੀ ਹੈ ਤਾਂ ਤੁਸੀਂ ਲਾ ਲਓ ਵੀ ਉਦੋਂ ਲਗਭਗ 10,000 ਐਂਪੀਅਰ ਤੱਕ ਦਾ ਕਰੰਟ ਜਿਹੜਾ ਉਹ ਸੈਟਅਪ ਹੋ ਜਾਂਦਾ ਉਹਦੇ ਵਿੱਚ। ਠੀਕ ਹੈ, ਹੁਣ ਜੇ ਮੈਂ ਤੁਹਾਡੀ ਬੋਡੀ ਦੀ ਗੱਲ ਕਰਾਂ ਤਾਂ ਤੁਹਾਡੀ ਬੋਡੀ ਦੇ ਲਈ ਮਿਲੀ ਐਂਪੀਅਰਸ ਵੀ ਕਰੰਟ ਬੜਾ ਘਾਤਕ ਹੈ, ਮਿਲੀ ਐਂਪੀਅਰਸ ਦੇ ਵਿੱਚ ਵੀ। ਸੋ ਤੁਸੀਂ ਡਿਟੇਲਸ ਹੋਰ ਵਗੈਰਾ ਕੱਢ ਸਕਦੇ ਹੋ। ਹੁਣ ਗੱਲ ਕਰਦਾ ਵੀ ਇੱਕ ਕੂਲਮ 'ਚ ਐਡਾ ਵੱਡਾ ਚਾਰਜ ਹੈ ਤਾਂ 1 ਸੈਕਿੰਡ ਇੱਥੋਂ ਲੰਘੇਗਾ ਕਿਵੇਂ। ਇੱਕ ਸਿਚੁਏਸ਼ਨ ਇਦਾਂ ਨਹੀਂ ਕਿ ਮੰਨ ਲਓ ਤੁਸੀਂ ਨੈਸ਼ਨਲ ਹਾਈਵੇ ਤੇ ਹੋ, ਵੈਸੇ ਐਗਜ਼ਾਮਪਲ ਲੈ ਲੈਣਾ। ਇੱਕ ਗੱਲ ਪੱਕੀ ਕਿ ਤੁਸੀਂ ਕਿਤੇ ਵੀ ਨਾਕਾ ਲਾ ਕੇ ਖੜ ਜਾਓ ਤਾਂ ਉੱਥੇ ਉਸ ਨਾਕੇ ਤੇ ਜੇ ਤੁਸੀਂ ਉਸ ਸੜਕ ਦੀ ਕੋਈ ਵੀ ਚੌੜਾਈ ਲੈ ਲਓ ਤਾਂ ਉੱਥੇ ਪੱਕੀ ਗੱਲ ਹੈ ਕਿ ਤੁਸੀਂ ਜੇ ਕਹੋ ਵੀ ਉੱਥੇ ਉਸ ਨਾਕੇ ਤੇ 10 ਕਾਰਾਂ ਖੜ ਸਕਦੀਆਂ ਨੇ, 10 ਕਾਰਾਂ ਨਹੀਂ ਖੜਨਗੀਆਂ ਕਦੀ ਵੀ। ਮਤਲਬ ਹੋ ਸਕਦਾ ਕਿ ਸੜਕ ਦੀ ਇੰਨੀ ਚੌੜਾਈ ਨਾ ਹੋਵੇ, 10 ਕਾਰਾਂ ਤਾਂ ਮੈਂ ਬਹੁਤ ਜ਼ਿਆਦਾ ਕਹਿਤੀਆਂ, ਲੇਕਿਨ ਉਸੇ 1 ਸੈਕਿੰਡ ਦੇ ਵਿੱਚ ਉਸ ਕ੍ਰੋਸ ਸੈਕਸ਼ਨ ਦੇ ਵਿੱਚੋਂ ਲੰਘ ਜ਼ਿਆਦਾ ਕਾਰਾਂ ਸਕਦੀਆਂ ਨੇ। ਆਪਾਂ ਕਿਹੜਾ ਰੋਕ ਕੇ ਰੱਖਣਾ, ਇੱਥੇ ਫਲੋ ਹੋ ਰਿਹਾ 1 ਸੈਕਿੰਡ ਦੇ ਵਿੱਚ, ਮਤਲਬ ਰੇਟ ਆਫ ਫਲੋ ਆਫ ਚਾਰਜ ਦੀ ਗੱਲ ਕਰ ਰਹੇ ਹਾਂ ਆਪਾਂ, ਤਾਂ ਚਾਰਜ ਫਲੋ ਕਰਕੇ ਜਾ ਰਿਹਾ। ਸੋ ਇਸ ਕਰਕੇ ਫਲੋ ਇਜ਼ ਪੋਸੀਬਲ, ਹੈ ਨਾ। ਇੱਕ ਰਿੰਗ ਦੇ ਵਿੱਚ ਜਿਵੇਂ ਆਪਾਂ ਪਾਣੀ 'ਚ ਇੱਕ ਰਿੰਗ ਰੱਖ ਲਈਏ ਤਾਂ ਉਹਦੇ ਵਿੱਚੋਂ ਆਪਾਂ ਕਹਿ ਸਕਦੇ ਹਾਂ ਕਿ ਯਾਰ ਇਹਦੇ 'ਚ 5 ਲੀਟਰ ਪਾਣੀ ਆ ਸਕਦਾ, ਨਹੀਂ ਆ ਸਕਦਾ, ਲੇਕਿਨ ਲੰਘ ਸਕਦਾ ਉਹਦੇ 'ਚੋਂ, ਸਮਝਦੇ ਹੋ। ਸੋ ਇਹ ਇੱਕ ਕੂਲਮ ਚਾਰਜ ਜਦੋਂ 1 ਸੈਕਿੰਡ 'ਚ ਕਿਸੇ ਕ੍ਰੋਸ ਸੈਕਸ਼ਨ 'ਚੋਂ ਲੰਘ ਜੇ ਤਾਂ ਅਸੀਂ ਕਹਿੰਦੇ ਕਿ ਕਰੰਟ ਕਿੰਨਾ 1 ਐਂਪੀਅਰ, ਐਂਡ ਇਟ ਇਜ਼ ਵੈਰੀ ਆਰਡੀਨਰੀ ਕਰੰਟ, ਆਮ ਚੱਲਦਾ ਹੈ। ਠੀਕ ਹੈ, ਇੱਕ ਪ੍ਰੈਕਟੀਕਲ ਵੈਲਿਊ ਇਹ ਸਿੱਧੀ ਜੀ ਗੱਲ ਇਹ ਹੈ। ਤਾਂ ਅੱਗੇ ਚੱਲੀਏ, ਹੁਣ ਆਪਾਂ ਗੱਲ ਕਰਨੀ ਹੈ ਕਿ ਕਰੰਟ ਕਿੱਦਾਂ ਦੀ ਕੁਆਂਟੀਟੀ ਹੈ ਬੇਟੇ, ਇਹਨੂੰ ਲਿਖਿਆ ਰਹਿੰਦੇ ਨੇ। ਤਾਂ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਇਹ ਸਮਝਣਾ ਹੈ ਕਿ ਜਦੋਂ ਵੀ ਸਾਡੇ ਕੋਲ ਕੋਈ ਕੰਡਕਟਰ ਹੋਵੇ, ਹੁਣ ਧਿਆਨ ਨਾਲ ਇਹ ਗੱਲ ਵੀ ਇੰਪੋਰਟੈਂਟ ਹੈ ਬੇਟੇ, ਬਸ ਤੁਸੀਂ ਕਨਸੈਪਟ ਫੜਨਾ ਜਿਹੜੀ ਗੱਲ ਮੈਂ ਤੁਹਾਨੂੰ ਮੇਨ ਕਹਾਂਗਾ। ਠੀਕ ਹੈ, ਹੁਣ ਬੈਟਰੀ ਆਪਾਂ ਲਗਾਤੀ ਆ ਵੀ, ਹੁਣ ਇਸ ਬੈਟਰੀ ਨੂੰ ਲਗਾਉਣ ਤੋਂ ਬਾਅਦ ਕੀ ਹੋਏਗਾ ਕਿ ਇਹਦੇ ਅੰਦਰ ਚੱਲਣਾ ਕਿੰਨੇ ਹੈ ਆਪਾਂ ਨੂੰ ਪਤਾ ਹੈ। ਹੁਣੇ ਆਪਾਂ ਅੱਜ ਇੰਨੀ ਵਧੀਆ ਸੋਹਣੀ ਜੀ ਵੀਡੀਓ ਦੇਖੀ ਸੀ ਵੀ ਜੇਕਰ ਇਹ ਤਾਂਬੇ ਦੀ ਜਾਂ ਕਾਪਰ ਦੀ ਵਾਇਰ ਹੈ ਤਾਂ ਇਹਦੇ ਅੰਦਰ ਕੌਣ ਤੁਰਨਗੇ ਬੇਟੇ, ਇਲੈਕਟ੍ਰੋਨਸ। ਤੇ ਇਲੈਕਟ੍ਰੋਨਸ ਕਿੱਧਰ ਨੂੰ ਭੱਜਣਗੇ, ਜਿੱਧਰ ਉਹਨਾਂ ਨੂੰ ਮੇਲਾ ਮਿਲੇਗਾ। ਇਲੈਕਟ੍ਰੋਨਾਂ ਲਈ ਮੇਲਾ ਕੌਣ ਹੈ, ਆ ਭਾਈ ਸਾਹਿਬ, ਪੋਜ਼ਿਟਿਵ ਚਾਰਜ। ਇਲੈਕਟ੍ਰੋਨਸ ਕਹਿਣਗੇ ਜੀ ਅਸੀਂ ਤਾਂ ਚੱਲੇ ਇੱਧਰ ਨੂੰ, ਐਨ ਨੂੰ ਅਟਰੈਕਟ ਹੋਣਾ। ਜਦੋਂ ਇਲੈਕਟ੍ਰੋਨਸ ਇੱਧਰ ਨੂੰ ਅਟਰੈਕਟ ਹੋਣਗੇ ਤਾਂ ਇਹਦੇ ਵੱਲ ਨੂੰ ਭੱਜਣਗੇ, ਪੋਜ਼ਿਟਿਵ ਵਾਲੇ ਪਾਸੇ। ਠੀਕ ਹੈ, ਜਿਵੇਂ ਜਿਵੇਂ ਉਹ ਇੱਧਰ ਨੂੰ ਆਉਣਗੇ ਇਲੈਕਟ੍ਰੋਨਸ, ਜਿਵੇਂ ਜਿਵੇਂ ਇੱਧਰ ਨੂੰ ਆਉਣਗੇ ਤਾਂ ਅਸੀਂ ਬੋਲਾਂਗੇ ਵੀ ਤਾਰ 'ਚ ਕਰੰਟ ਚੱਲਣ ਲੱਗ ਪਿਆ। ਪਰ ਹੁਣ ਧਿਆਨ ਨਾਲ ਸੁਣਨਾ, ਇੱਕ ਪ੍ਰੋਬਲਮ ਹੈ ਇੱਥੇ। ਹੁਣ ਇਸ ਗੱਲ ਨੂੰ ਤੁਸੀਂ ਨੋਟ ਕਰਨਾ ਹੈ। ਠੀਕ ਹੈ, ਕੀ ਨੋਟ ਕਰਨਾ ਹੈ ਕਿ ਜਿੰਨੀ ਜਿਹੜਾ ਕਰੰਟ ਇਲੈਕਟ੍ਰਿਸਿਟੀ ਹੈ ਇਹ ਬਾਅਦ ਵਿੱਚ ਡਿਵੈਲਪ ਹੋਈ ਸਾਇੰਸ ਹੈ। ਇਹ ਤੋਂ ਪਹਿਲਾਂ ਸਾਰਾ ਕੀ ਡਿਵੈਲਪ ਹੋਇਆ, ਇਲੈਕਟ੍ਰੋਸਟੈਟਿਕਸ। ਇਲੈਕਟ੍ਰੋਸਟੈਟਿਕਸ ਜਦੋਂ ਵੀ ਮੈਂ ਗੱਲ ਕੀਤੀ ਤਾਂ ਮੂਵ ਕਿਹਨੂੰ ਕਰਾਇਆ ਭਲਾ, ਉੱਥੇ ਕਦੇ ਵੀ ਅਸੀਂ ਇਲੈਕਟ੍ਰੋਨ ਨੂੰ ਮੂਵ ਨਹੀਂ ਕਰਾਇਆ। ਕਿਹਨੂੰ ਮੂਵ ਕਰਾਇਆ ਸੀਗਾ ਭਲਾ, ਯੂਨਿਟ ਪੋਜ਼ਿਟਿਵ ਟੈਸਟ ਚਾਰਜ ਨੂੰ ਕਰਾਇਆ ਕਿ ਨਹੀਂ ਕਰਾਇਆ, ਇਹਨੂੰ ਹੀ ਕਰਾਇਆ ਸੀ ਨਾ। ਤੇ ਕਿਉਂਕਿ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਨੂੰ ਮੂਵ ਕਰਾਇਆ ਤਾਂ ਉਹਨਾਂ ਦੀ ਰਿਸਪੈਕਟ ਲਈ, ਯਾਨੀ ਕਿ ਜਿੰਨੀ ਉਹਨਾਂ ਨੇ ਸਾਇੰਸ ਡਿਵੈਲਪ ਕੀਤੀ ਸੀ, ਅਸੀਂ ਇਹ ਮੰਨਣਾ ਸ਼ੁਰੂ ਕਰਤਾ ਕਿ ਆਹ ਹਾਇਰ ਪੋਟੈਂਸ਼ੀਅਲ ਹੁੰਦਾ, ਆਹ ਲੋਅਰ ਪੋਟੈਂਸ਼ੀਅਲ ਹੁੰਦਾ। ਮੇਰੀ ਗੱਲ ਸਮਝ ਗਏ। ਇਹਦਾ ਮਤਲਬ ਹੈ ਕਿ ਜੇ ਇਲੈਕਟ੍ਰੋਨਸ ਐ ਚੱਲਦੇ ਨੇ, ਹੁਣ ਧਿਆਨ ਨਾਲ, ਅਸਲ 'ਚ ਤਾਂ ਇਲੈਕਟ੍ਰੋਨਸ ਹੀ ਚੱਲਦੇ ਨੇ ਤੇ ਐਂਡ ਇਲੈਕਟ੍ਰੋਨਸ ਐ ਨੂੰ ਚੱਲਦੇ ਨੇ, ਬਿਲਕੁਲ ਸਹੀ ਹੈ। ਲੇਕਿਨ ਅਸੀਂ ਮੰਨਦੇ ਇਹ ਆ ਕਿ ਜੇ ਇਲੈਕਟ੍ਰੋਨਸ ਐ ਚੱਲਦੇ ਨੇ ਤਾਂ ਫਿਰ ਜੇ ਤਾਰ ਦੇ ਅੰਦਰ ਪੋਜ਼ਿਟਿਵ ਚਾਰਜ ਹੁੰਦਾ, ਜਾਂ ਜੇ ਅਸੀਂ ਇਮੇਜਿਨੇਸ਼ਨ ਕਰੀਏ ਕਿ ਜੇ ਪੋਜ਼ਿਟਿਵ ਚਾਰਜ ਚੱਲਦਾ ਪਿਆ, ਪੱਕੀ ਗੱਲ ਹੈ, ਪੋਜ਼ਿਟਿਵ ਨੂੰ ਪੋਜ਼ਿਟਿਵ ਕੀ ਕਰੇਗਾ, ਰਿਪੈਲ, ਤੇ ਨੈਗੇਟਿਵ ਕੀ ਕਰੇਗਾ, ਅਟਰੈਕਟ। ਤਾਂ ਇਹਦਾ ਮਤਲਬ ਜਿਹੜਾ ਪੋਜ਼ਿਟਿਵ ਚਾਰਜ ਉਹ ਕਿੱਧਰ ਨੂੰ ਚੱਲਦਾ, ਐਨ। ਮਤਲਬ ਆਪਾਂ ਉਸ ਪੁਰਾਣੇ ਕੰਮ ਦੇ ਨਾਲ ਸਾਰੀ ਯੂਨੀਫਾਰਮਿਟੀ ਲਿਆਉਣ ਦੇ ਲਈ ਆਪਾਂ ਇਸ ਕਰੰਟ ਦੀ ਡਾਇਰੈਕਸ਼ਨ ਨੂੰ ਮੰਨਦੇ ਆ, ਕਿਉਂਕਿ ਅਸੀਂ ਇਹਨੂੰ ਹਾਇਰ ਮੰਨਦੇ ਆ, ਇਹਨੂੰ ਲੋਅਰ ਪੋਟੈਂਸ਼ੀਅਲ ਮੰਨਦੇ ਆ, ਤੇ ਅਸੀਂ ਇਹ ਮੰਨਦੇ ਆ ਕਿ ਕਰੰਟ ਹਮੇਸ਼ਾ ਕਿੱਧਰ ਤੋਂ ਕਿੱਧਰ ਚੱਲਦਾ ਹੈ, ਹਾਇਰ ਟੂ ਲੋਅਰ ਪੋਟੈਂਸ਼ੀਅਲ ਵੱਲ। ਮੇਰੀ ਗੱਲ ਸਮਝ ਗਏ। ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਜੇਕਰ ਇਹ ਐਂਡ ਪੋਜ਼ਿਟਿਵ ਹੈ, ਇਹ ਨੈਗੇਟਿਵ ਹੈ, ਆਹ ਵਾਲਾ ਜਿਹੜਾ ਕਰੰਟ ਹੈ ਇਹਨੂੰ ਅਸੀਂ ਬੋਲਦੇ ਕਨਵੈਨਸ਼ਨਲ ਕਰੰਟ ਬੇਟੇ। ਕਿਹੜਾ ਕਰੰਟ ਬੋਲਦੇ ਆ, ਕਨਵੈਨਸ਼ਨਲ, ਜਿਹੜਾ ਕਨਵੈਨਸ਼ਨ ਅਸੀਂ ਮੰਨ ਲੈਂਦੇ ਆ। ਠੀਕ ਹੈ, ਕਨਵੈਨਸ਼ਨ ਹੀ ਹੁੰਦੀ ਹੈ ਰੀਤੀ ਰਿਵਾਜ ਦੇ ਟਾਈਪ। ਹੁਣ ਜਿਵੇਂ ਇਹ ਕਨਵੈਨਸ਼ਨ ਹੀ ਹੈ ਕਿ ਵੀ ਜਿਹੜੇ ਸਰਦਾਰ ਨੇ ਸਾਡੇ ਵਿੱਚ ਜਿਹੜੇ ਉਹ 4 ਲਾਵਾਂ ਫੇਰੇ ਜੇ ਹੋ ਜਾਂਦੇ ਨੇ, ਜਿਹੜੇ ਹੁਣ ਹਿੰਦੂ ਰਿਲੀਜਨ ਹੈ ਉਹਦੇ 'ਚ ਆਈ ਥਿੰਕ 7 ਹੁੰਦੇ ਨੇ। ਹੁਣ ਤੁਸੀਂ ਐਂ ਤਾਂ ਕਹਿ ਨਹੀਂ ਸਕਦੇ ਵੀ ਜਿਹੜੇ ਜਿਨ੍ਹਾਂ ਦਾ 7 ਹੋਏ ਨੇ, ਜਿਹੜਾ 4 ਕਰਾਏਗਾ ਉਹ ਤਾਂ ਭਾਈ ਥੋੜਾ ਅੱਧੇ ਨਾਲੋਂ ਥੋੜਾ ਜ਼ਿਆਦਾ ਵਿਆਹ ਹੋਇਆ, ਪੂਰਾ ਵਿਆਹ ਹੀ ਨਹੀਂ ਹੋਇਆ। ਇਹ ਕਨਵੈਨਸ਼ਨਾਂ ਨੇ, ਬਸ ਵਿਆਹ ਹੋ ਗਿਆ ਮੰਨ ਲਿਆ ਬਸ ਆਪਾਂ। ਠੀਕ ਹੈ, ਸੋ ਕਨਵੈਨਸ਼ਨਲ ਆਪਾਂ ਪੁਰਾਣੀ ਗੱਲ ਦੇ ਹਿਸਾਬ ਨਾਲ ਇਹਨੂੰ ਜੋੜਿਆ ਹੋਇਆ ਕਿ ਕਨਵੈਨਸ਼ਨਲ ਦਾ ਮਤਲਬ ਇਹ ਹੈ ਕਿ ਜਦੋਂ ਆਪਾਂ ਕਹਿੰਦੇ ਨੇ ਹਾਇਰ ਟੂ ਲੋਅਰ ਆਹ ਵਾਲਾ ਕਰੰਟ, ਲੇਕਿਨ ਐਕਚੁਅਲੀ ਕਰੰਟ ਆ ਚੱਲਦਾ ਹੈ। ਇਸ ਕਰੰਟ ਨੂੰ ਆਪਾਂ ਕੀ ਨਾਮ ਦਿੱਤਾ ਹੋਇਆ, ਇਲੈਕਟ੍ਰੋਨਿਕ ਕਰੰਟ। ਠੀਕ ਹੈ, ਸੋ ਐਕਚੁਅਲੀ ਆ ਹੈ ਉਹ ਮੰਨਦੇ ਆਪਾਂ ਆਹਾਂ। ਠੀਕ ਹੈ, ਹੁਣ ਕਰੰਟ ਜਿਹੜਾ ਹੈ ਨਾ,
ਹੁਣ ਧਿਆਨ ਨਾਲ, ਠੀਕ ਹੈ, ਇੱਕ ਗੱਲ ਇੰਪੋਰਟੈਂਟ ਹੋ ਗਈ। ਹੁਣ ਦੂਜੀ ਗੱਲ ਇੰਪੋਰਟੈਂਟ ਆਉਂਦੀ, ਆਪਾਂ ਕਨਸੈਪਟ ਹੀ ਤਾਂ ਬਣਾਉਣਾ ਇਸ ਵੀਡੀਓ 'ਚ, ਹੋਰ ਕਰਨਾ ਕੀ ਹੈ, ਫਿਰ ਅੱਗੇ ਆਪਾਂ ਭੱਜੀ ਚੱਲਾਂਗੇ। ਹੁਣ ਜਿਹੜਾ ਕਰੰਟ ਹੈ ਨਾ, ਹੈਜ਼ ਬੋਥ ਮੈਗਨੀਚਿਊਡ ਐਜ਼ ਵੈਲ ਐਜ਼ डायरेक्शन, है कि नहीं है? देखो मैग्नीट्यूड भी है, मैग्नीट्यूड की है ना, मान लो कि कितने एम्पीयर चलता पे मैग्नीट्यूड हो गया, एंड डायरेक्शन किधर है, फ्रॉम पॉजिटिव टू नेगेटिव ਅਸੀਂ लेने है ना, हायर टू लोअर पोटेंशियल ਅਸੀਂ लेने ਆ। सो इट हैज मैग्नीट्यूड, इट हैज डायरेक्शन। ਫਿਰ ਜਿਹਦੇ ਕੋਲ ਮੈਗਨੀਟਿਊਡ ਤੇ ਡਾਇਰੈਕਸ਼ਨ ਹੋਣ, ਉਹ ਕਿੱਦਾਂ ਦੀ ਕੁਆਂਟੀਟੀ ਹੁੰਦੀ ਹੈ? ਬੋਲੋ, ਕਿੱਦਾਂ ਦੀ ਕੁਆਂਟੀਟੀ ਹੋਏਗੀ ਉਹ? ਜਿਹਦੇ ਕੋਲ ਮੈਗਨੀਟਿਊਡ ਤੇ ਡਾਇਰੈਕਸ਼ਨ ਹੁੰਦਾ, ਉਹਨੂੰ ਕਿਹੜੀ ਕੁਆਂਟੀਟੀ ਕਹਿੰਦੇ ਆਪਾਂ? ਫਿਰ ਕੀ ਕਰੰਟ ਇੱਕ ਵੈਕਟਰ ਕੁਆਂਟੀਟੀ ਬਣਿਆ, ਕਿਉਂਕਿ ਮੈਗਨੀਟਿਊਡ ਵੀ ਹੈ, ਡਾਇਰੈਕਸ਼ਨ ਵੀ ਹੈ। ਇੱਥੇ ਟਵਿਸਟ ਆਉਂਦਾ ਕਹਾਣੀ 'ਚ। ਇਨ ਸਪਾਈਟ ਆਫ ਹੈਵਿੰਗ ਮੈਗਨੀਟਿਊਡ ਐਂਡ ਡਾਇਰੈਕਸ਼ਨ, ਕਰੰਟ ਵੈਕਟਰ ਨਹੀਂ ਹੁੰਦਾ, ਕਰੰਟ ਇਜ਼ ਅ ਸਕੇਲਰ ਕੁਆਂਟੀਟੀ। ਕੀ ਹੁੰਦਾ? ਕਰੰਟ ਇਜ਼ ਅਸੀਂ ਕਰੰਟ ਨੂੰ ਸਕੇਲਰ ਲੈਨੇ ਆ। ਕਿਉਂ ਲੈਨੇ ਆ? ਹੁਣ ਆਪਾਂ ਗੱਲ ਇੰਦੀ ਕਰਨੀ ਹੈ, ਠੀਕ ਹੈ। ਸੋ ਵਾਈ ਕਰੰਟ ਇਜ਼ ਅ ਸਕੇਲਰ ਕੁਆਂਟੀਟੀ ਹੈਗਾ, ਮੈਗਨੀਟਿਊਡ ਵੀ ਹੈ, ਡਾਇਰੈਕਸ਼ਨ ਵੀ ਹੈ। ਹੁਣ ਜਿਨ੍ਹਾਂ ਬੱਚਿਆਂ ਨੇ ਨਹੀਂ ਪੜਿਆ ਹੋਇਆ, ਜਿੱਦਾਂ ਹੁਣ ਜਿਹੜੇ ਬੱਚਿਆਂ ਨੂੰ ਮੈਂ ਹੁਣ +1 ਸ਼ੁਰੂ ਕਰਾਈਏ, ਉਹਨਾਂ ਨੂੰ ਤਾਂ ਪੱਕਾ ਜਦੋਂ ਮੈਂ ਵੈਕਟਰਸ ਪੜਾਵਾਂਗਾ ਦੱਸ ਕੇ ਹੀ ਆਊਂਗਾ ਬੇਟਾ। ਪਹਿਲਾਂ ਵੈਕਟਰ ਦੀ ਡੈਫੀਨੇਸ਼ਨ ਜਿਹੜੀ ਆਪਾਂ +1 'ਚ ਪੜ੍ਹ ਕੇ ਆਉਂਦੇ ਹਾਂ, ਅਧੂਰੀ ਡੈਫੀਨੇਸ਼ਨ ਹੁੰਦੀ ਹੈ। ਪੂਰੀ ਡੈਫੀਨੇਸ਼ਨ ਤੁਹਾਡੇ ਕੋਲ ਸਕਰੀਨ ਤੇ ਹੈਗੀ ਹੈ, ਤੁਸੀਂ ਇਹਨੂੰ ਦੇਖੋ ਪਹਿਲਾਂ। ਵੈਕਟਰ ਦੀ ਸਹੀ ਡੈਫੀਨੇਸ਼ਨ ਪਤਾ ਕੀ ਵੀ? ਉਹਦੇ ਕੋਲ ਮੈਗਨੀਟਿਊਡ ਹੋਵੇ, ਡਾਇਰੈਕਸ਼ਨ ਹੋਵੇ, ਤੇ ਤੀਜੀ ਗੱਲ ਕੀ ਲਿਖੀ ਹੈ ਕਿ ਉਹ ਲੌਜ਼ ਓਬੇ ਕਰੇ ਵੈਕਟਰ ਅਲਜਬਰਾ ਦੇ। ਹੁਣ ਵੈਕਟਰ ਦੇ ਅਲਜਬਰਾ ਦੇ ਕੀ ਲੌਜ਼ ਸੀਗੇ, ਮੈਂ ਤੁਹਾਨੂੰ ਯਾਦ ਕਰਾਉਣਾ। ਜਿਵੇਂ ਮੰਨ ਲਓ ਕਿ ਮੇਰੇ ਕੋਲ ਇੱਕ 4 ਨਿਊਟਨ ਦੀ ਫੋਰਸ ਇਦਾਂ ਲੱਗ ਰਹੀ ਹੈ, ਤੇ ਇੱਕ 3 ਨਿਊਟਨ ਦੀ ਫੋਰਸ ਇਧਰ ਨੂੰ ਲੱਗ ਰਹੀ ਹੈ, ਠੀਕ ਹੈ। ਇਨ ਦਿਸ ਕੇਸ ਅਸੀਂ ਬੋਲਾਂਗੇ ਕਿ ਟੋਟਲ ਨੈਟ ਫੋਰਸ ਕਿੰਨੀ ਲੱਗ ਰਹੀ ਕਿਸੇ ਆਬਜੈਕਟ ਤੇ। ਮੰਨ ਲਓ ਇੱਥੇ ਕੋਈ ਆਬਜੈਕਟ ਹੈ, ਉਹਦੇ ਤੇ ਕਿੰਨੀ ਨਿਊਟਨ ਦੀ ਫੋਰਸ ਲੱਗ ਰਹੀ ਹੈ? 1 ਨਿਊਟਨ ਦੀ, ਹੈ ਨਾ। ਐਂਡ 1 ਨਿਊਟਨ ਦੀ ਕਿੱਧਰ ਲੱਗੇਗੀ? ਅਸੀਂ ਕਹਾਂਗੇ ਐ ਨੂੰ ਲੱਗੇਗੀ। ਐਂ ਬੋਲੋਗੇ ਕਿ ਨਹੀਂ ਬੋਲੋਗੇ? ਹੁਣ ਸਿਮਿਲਰਲੀ ਜੇ ਮੰਨ ਲਓ ਕਿ ਇੱਕ 4 ਨਿਊਟਨ ਦੀ ਫੋਰਸ ਐ ਲੱਗਦੀ ਹੋਵੇ ਤੇ 3 ਨਿਊਟਨ ਦੀ ਫੋਰਸ ਐ ਲੱਗਦੀ ਹੋਵੇ, ਤਾਂ ਤੁਹਾਨੂੰ ਪਤਾ ਹੈ ਕਿ ਇਨ ਦਿਸ ਕੇਸ, ਚਲੋ ਐ ਕਰੋ, 4 ਨਿਊਟਨ ਦੀ ਤੁਸੀਂ ਆਪਦੇ ਲਈ ਸੌਖਾ ਕਰਨ ਵਾਸਤੇ ਇਧਰ ਨੂੰ ਬਣਾ ਲਓ, ਤੇ ਜੇ ਇੱਥੇ ਬਲੌਕ ਹੈ ਤਾਂ ਇਹਨਾਂ ਮਤਲਬ ਨੈਟ ਫੋਰਸ ਕਿੰਨੀ ਹੋਏਗੀ ਪਤਾ ਤੁਹਾਨੂੰ? ਪੈਰਲਲੋਗ੍ਰਾਮ ਲੋ ਲਾਓਗੇ ਤੇ ਆ ਲੱਗੇਗੀ, ਇਹ ਕਿੰਨੀ ਆਏਗੀ? 5 ਨਿਊਟਨ। ਯੂ ਸ਼ੁੱਡ ਨੋ ਕਿ ਕਿਵੇਂ ਆਇਆ ਇਹ। ਪਾਈਥਾਗੋਰਸ ਥਿਊਰਮ ਲਾ ਕੇ ਆਇਆ ਬੇਟੇ, ਵੀ ਜੇ ਆ 3 ਨੇ ਤਾਂ ਆ ਵੀ 3 ਹੋਊਗਾ, ਜੇ ਆ 3 ਨੇ ਆ 4 ਹੈ ਤਾਂ 5 ਹੀ ਹੁੰਦਾ। ਆਪਣੀ ਇੰਨੀ ਤਾਂ ਪ੍ਰੈਕਟਿਸ ਹੋਣੀ ਚਾਹੀਦੀ ਹੈ। ਲੇਕਿਨ ਕਰੰਟ ਦੇ ਵਿੱਚ ਇਦਾਂ ਦਾ ਨਹੀਂ ਹੁੰਦਾ। ਜਿਹੜੀਆਂ ਫੋਰਸਿਸ ਨੇ ਨਾ, ਉਹਨਾਂ ਵਿੱਚ ਕੀ ਹੁੰਦਾ ਹੈ ਕਿ ਜੇ ਆਪਾਂ ਐਂਗਲ ਬਦਲੀਏ, ਜਦੋਂ ਜਿਵੇਂ ਦੋਨਾਂ 'ਚ ਐਂਗਲ 180 ਸੀ ਤੇ ਰਿਜ਼ਲਟੈਂਟ ਹੋਰ ਹੋ ਗਿਆ, ਜਦੋਂ ਐਂਗਲ 90 ਸੀ ਉਦੋਂ ਰਿਜ਼ਲਟੈਂਟ ਹੋਰ ਹੋ ਗਿਆ। ਪਰ ਕਰੰਟ ਕੀ ਕਰਦਾ ਹੈ? ਕਰੰਟ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜੇ ਮੰਨ ਲਓ ਕਿ ਮੇਰੀ ਵਾਇਰ ਇੱਕ, ਠੀਕ ਹੈ, ਹੁਣ ਜੇਕਰ ਆਪਾਂ ਇਹ ਕਹੀਏ ਵੀ ਕਰੰਟ 4 ਐਂਪੀਅਰ ਦਾ ਇੱਧਰ ਚੱਲਦਾ ਪਿਆ ਹੈ ਤੇ 3 ਐਂਪੀਅਰ ਦਾ ਇੱਧਰ ਨੂੰ ਜਾ ਰਿਹਾ ਹੈ, ਤੇ ਜੇ ਆਪਾਂ ਕੋਈ ਵੀ ਇੱਥੇ ਵਾਇਰ ਲਾ ਦਈਏ ਇੱਥੇ, ਠੀਕ ਹੈ, ਉਸ ਵਾਇਰ 'ਚ ਬਾਉਂਡ ਹੈ, ਜੇਕਰ ਐਵੇਂ ਲਾ ਦਈਏ ਤਾਂ ਬਾਉਂਡ ਹੈ ਕਿ ਉਹਦੇ 'ਚ ਕਰੰਟ ਪਤਾ ਕਿੰਨਾ ਚੱਲਣਾ? 7 ਐਂਪੀਅਰ। ਹੁਣ ਅਗਲੀ ਗੱਲ ਧਿਆਨ ਨਾਲ ਸੁਣਨਾ। ਕੀ ਤੁਹਾਨੂੰ ਐ ਲੱਗਦਾ ਹੈ ਕਿ ਜਿਹੜੀਆਂ ਤਾਰਾਂ ਨੇ, ਜੇ ਆਪਾਂ ਨੂੰ ਐ ਨੇੜੇ ਕਰ ਦਈਏ, ਐਂਗਲ ਨੂੰ ਘਟਾ, ਜਿਵੇਂ ਆਪਾਂ ਇਹਦੇ 'ਚ ਐਂਗਲ ਨੂੰ ਵਧਾਈਏ ਘਟਾਈਏ ਤਾਂ ਰਿਜ਼ਲਟੈਂਟ ਬਦਲ ਰਿਹਾ ਹੈ। ਜੇ ਆਪਾਂ ਇਹਨਾਂ ਨੂੰ ਐ ਕਰ ਦਈਏ, ਐ ਕਰਕੇ ਤਾਰਾਂ ਨੂੰ, ਆ 4 ਤੇ 3 ਵਾਲੀਆਂ ਨੂੰ, ਕੀ ਰਿਜ਼ਲਟ ਜਿਹੜੀ 7 ਐਂਪੀਅਰ ਵਾਲਾ ਕਰੰਟ ਹੈ ਉਹਨੂੰ ਫਰਕ ਪਏਗਾ? ਨੈਵਰ। ਮਤਲਬ ਭਾਵੇਂ ਤੁਸੀਂ ਐ ਰੱਖ ਲਓ, ਭਾਵੇਂ 4 ਐਂਪੀਅਰ ਵਾਲੀ ਤਾਰ ਨੂੰ ਬੋਲੋ ਜੀ ਇਹ ਐ ਆ ਜਾ, 3 ਐਂਪੀਅਰ ਵਾਲੀ ਨੂੰ ਕਹੋ ਵੀ ਮੈਂ ਸੱਪ ਜੇ ਪੜ ਕੇ ਜਿਵੇਂ ਮਰਜ਼ੀ ਆ ਜਾ, ਹਰ ਵਾਰ ਜਿਹੜਾ ਕਰੰਟ ਇਹਦੇ 'ਚ ਚੱਲਣਾ ਉਹ ਕਿੰਨਾ ਚੱਲਣਾ? 7 ਐਂਪੀਅਰ ਹੀ ਚੱਲਣਾ। ਕੁਆਇਟ ਓਬਵੀਅਸ ਹੈ, ਐਂਗਲ ਮੈਟਰ ਨਹੀਂ ਕਰਦਾ, ਕਿਉਂਕਿ ਇਹਦੇ 'ਚ ਲਾਅ ਨਹੀਂ ਲੱਗਦੇ। ਆ ਪੈਰਲਲੋਗ੍ਰਾਮ ਲਾਅ ਜਿਹੜੇ ਇਹ ਨਹੀਂ ਲੱਗਦੇ ਕਰੰਟ ਦੇ ਕੇਸ ਵਿੱਚ। ਇਸ ਕਰਕੇ ਕਰੰਟ ਜਿਹੜਾ ਉਹ ਕੀ ਹੈ? ਸਕੇਲਰ ਕੁਆਂਟੀਟੀ। ਇੱਕ ਆਸਪੈਕਟ ਆਪਾਂ ਜੇ ਅੱਗੇ ਹੋਰ ਜਾ ਕੇ ਪੜਾਂਗੇ। ਸੋ ਕਰੰਟ ਇਸ ਕਰਕੇ ਆਪਾਂ ਸਕੇਲਰ ਲੈਂਦੇ ਹਾਂ, ਠੀਕ ਹੈ। ਮੈਗਨੀਟਿਊਡ ਹੈਗਾ, ਡਾਇਰੈਕਸ਼ਨ ਹੈਗਾ, ਇਹਦੇ ਨਾਲ ਕੱਲਾ ਵੈਕਟਰ ਨਹੀਂ ਬਣਦਾ, ਨਾਲ ਆ ਲਾਅ ਵੀ ਓਬੇ ਕਰਨੇ ਪੈਂਦੇ ਨੇ। ਕਿਉਂਕਿ ਓਬੇ ਨਹੀਂ ਕਰਦਾ, ਇਸ ਕਰਕੇ ਕਿਹੜੀ ਕੁਆਂਟੀਟੀ ਹੈ? ਸਕੇਲਰ ਕੁਆਂਟੀਟੀ। ਐਨ ਪੱਕੀ ਤਰ੍ਹਾਂ ਲਿਖ ਕੇ ਰੱਖ ਲਓ, ਅੱਗੇ ਜਾ ਕੇ ਫਿਰ ਇੱਕ ਵਾਰੀ ਇਹਨੂੰ ਡਿਸਕਸ ਕਰਾਂਗੇ ਬੇਟੇ, ਠੀਕ ਹੈ। ਤਾਂ ਹੁਣ ਅਗਲਾ ਟੌਪਿਕ ਕੀ ਹੈ? ਅੱਜ ਦਾ ਜਿਹੜਾ ਲਾਸਟ ਟੌਪਿਕ ਹੈ ਆਪਣਾ, ਉਹ ਹੈਗਾ, ਜੇ ਆਪਾਂ ਬਿਲਕੁਲ ਸਲੈਂਗ ਮਤਲਬ ਆਮ ਬੋਲਚਾਲ ਦੀ ਭਾਸ਼ਾ 'ਚ ਗੱਲ ਕਰੀਏ ਤਾਂ EMF, ਉਹਦਾ ਪੂਰਾ ਨਾਮ ਹੈ ਇਲੈਕਟ੍ਰੋਮੋਟਿਵ ਫੋਰਸ, ਲੇਕਿਨ ਅੱਜ ਕੱਲ੍ਹ ਇਕੱਲਾ EMF ਬੋਲੀਦਾ ਕਿਉਂਕਿ ਐਕਚੁਅਲੀ ਇਹ ਫੋਰਸ ਨਹੀਂ ਹੈਗੀ। ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂ। ਪ੍ਰੀ ਰਿਕੁਇਜ਼ਿਟ ਕੀ ਨੇ? ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਪੋਟੈਂਸ਼ੀਅਲ ਹੁੰਦਾ, ਪੋਟੈਂਸ਼ੀਅਲ ਉਹ ਬਰਾਬਰ ਹੁੰਦਾ ਵਰਕ ਡਨ ਪਰ ਯੂਨਿਟ ਚਾਰਜ, ਵਰਕ ਡਨ ਬਟੇ 'ਚ ਚਾਰਜ, ਠੀਕ ਹੈ। ਸੋ ਇਹ ਪਤਾ ਹੋਣਾ ਚਾਹੀਦਾ ਆਪਾਂ ਨੂੰ। ਹੁਣ ਮੈਂ ਗੱਲ ਕਰਦਾ ਪਿਆ ਸੀ ਲੇਮਨ ਲੈਂਗੁਏਜ ਦੀ। ਲੇਮਨ ਲੈਂਗੁਏਜ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਜਦੋਂ ਵੀ ਤੁਸੀਂ ਬਾਜ਼ਾਰੋਂ ਕੋਈ ਵੀ ਸੈੱਲ ਲੈਣ ਜਾਓ, 1.5 ਵੋਲਟ ਦਾ ਲਓ, ਚਾਹੇ ਤੁਸੀਂ 9 ਵੋਲਟ ਦੀ ਬੈਟਰੀ ਲਓ, ਚਾਹੇ 4 ਵੋਲਟ ਦਾ ਸੈੱਲ ਲਓ, ਚਾਹੇ ਤੁਹਾਡੀ ਮੋਬਾਈਲ ਦੀ ਬੈਟਰੀ ਹੋਵੇ,
ਉਹਦੇ ਉੱਤੇ ਇੱਕ ਵੋਲਟੇਜ ਦੀ ਰੇਟਿੰਗ ਲਿਖੀ ਹੁੰਦੀ ਹੈ ਵੀ ਇੰਨੇ ਵੋਲਟ ਦਾ ਇਹ। ਉਹ ਜਿਹੜੀ ਰੇਟਿੰਗ ਲਿਖੀ ਹੁੰਦੀ ਹੈ ਨਾ, ਉਹੀ ਐਕਚੁਅਲੀ ਉਹਦੀ EMF ਹੁੰਦੀ ਹੈ। ਪਹਿਲੀ ਗੱਲ ਤਾਂ ਇਹ ਯਾਦ ਰੱਖੋ। ਨਾਓ ਵਾਟ ਇਜ਼ EMF, ਉਹਦੇ ਬਾਰੇ ਗੱਲ ਕਰਦੇ ਹਾਂ ਆਪਾਂ, ਠੀਕ ਹੈ। ਹੁਣ EMF ਕੀ ਹੈ, ਮੈਂ ਦੋ ਐਨਾਲੋਜੀਜ਼ ਬਣਾਈਆਂ ਤਾਂ ਕਿ ਆਪਾਂ ਨੂੰ ਗੱਲ ਵਧੀਆ ਸਮਝ ਆ ਜਾਏ। ਹੁਣ ਜੇ ਇਹਨਾਂ ਦੋਨਾਂ ਕੇਸਿਸ 'ਚ ਆ A ਤੋਂ ਲੈ ਕੇ B ਤੱਕ ਇੱਕ ਹੋਰੀਜ਼ੋਨਟਲ ਸੈਕਸ਼ਨ ਹੈ ਪਾਈਪ ਦਾ, ਠੀਕ ਹੈ। ਮੈਂ ਇਹ ਸੋਚਦਾ ਕਿ ਮੈਂ ਲਗਾਤਾਰ ਪਾਣੀ ਦਾ ਫਲੋ ਇੱਥੇ ਬਣਾ ਕੇ ਰੱਖਣਾ, ਲਗਾਤਾਰ। ਜੇ ਮੈਂ ਆਹ ਵਾਲਾ ਸੈਕਸ਼ਨ ਨਾ ਲਾਇਆ ਹੁੰਦਾ, ਆ ਇੱਕ ਟੁੱਲੂ ਪੰਪ ਲਾਇਆ ਹੋਇਆ, ਟੁੱਲੂ ਪੰਪ ਪਤਾ ਸਾਰਿਆਂ ਨੂੰ ਕੀ ਹੁੰਦਾ? ਜਿਹੜੇ ਕੂਲਰ ਹੁੰਦੇ, ਕੂਲਰ 'ਚ ਵੀ ਲੱਗਾ ਹੁੰਦਾ ਟੁੱਲੂ ਪੰਪ, ਜਿਹੜਾ ਨੀਚੋਂ ਪਾਣੀ ਚੱਕ ਕੇ ਲੈ ਕੇ ਜਾਂਦਾ, ਨਿੱਕਾ ਜਿਹਾ ਹੁੰਦਾ। ਸੋ ਜਿਹੜਾ ਇਹ ਟੁੱਲੂ ਪੰਪ ਲਾਇਆ ਹੋਇਆ, ਇਹਨੂੰ ਲੈ ਕੇ ਜਾਣਾ ਚਾਹੁੰਦਾ ਹੈ ਕਰਕੇ, ਮਤਲਬ ਇਧਰੋਂ ਪਾਣੀ ਆਇਆ ਹੁੰਦਾ, ਇਹ ਫਿਰ ਉੱਪਰ ਲੈ ਕੇ ਚਲਾ ਜਾਂਦਾ ਹੈ ਕਰਕੇ ਇੱਕ ਸਰਕਲ ਬਣਾਇਆ ਹੋਇਆ। ਮੇਰੀ ਗੱਲ ਸਮਝ ਗਏ? ਜੇਕਰ ਐਵੇਂ ਨਾ ਹੁੰਦਾ, ਜੇ ਆਪਾਂ ਇਹ ਵਾਲਾ ਸਰਕਟ ਨਾ, ਤਾਂ ਜਦੋਂ ਇਹਨੇ ਇੱਥੇ ਖਾਲੀ ਹੋ ਜਾਣਾ ਸੀ, ਕਹਾਣੀ ਖਤਮ ਹੋ ਜਾਣੀ ਸੀ। ਜਿਵੇਂ ਕਿ ਤੁਹਾਨੂੰ ਜੇ ਯਾਦ ਹੋਵੇ ਕਿ ਕਪੈਸਿਟਰ ਦੇ ਕੇਸ ਵਿੱਚ ਆਪਾਂ ਕਰੰਟ ਚਲਾਇਆ ਸੀਗਾ, ਆਪਾਂ LED ਜਗਾਈ ਸੀ, ਲੇਕਿਨ ਉੱਥੇ ਕੀ ਸੀਗਾ ਕਿ ਪੋਟੈਂਸ਼ੀਅਲ ਡਿਫਰੈਂਸ ਸੀਗਾ, ਹਨਾ। ਜਿਵੇਂ ਹੀ ਆਪਾਂ ਉਹਨੂੰ ਕਪੈਸਿਟਰ ਨੂੰ ਜਾ ਕੇ LED ਦੇ ਨਾਲ ਲਗਾਇਆ ਤਾਂ ਕੀ ਹੋਇਆ ਸੀ, ਉਹ ਜਗੀ ਤੇ ਨਾਲ ਦੀ ਨਾਲ ਬੁੱਝ ਗਈ। ਇਦਾਂ ਦੇ ਕਰੰਟ ਜਿਹੜੇ ਉਹਨੂੰ ਬੋਲਦੇ ਟ੍ਰਾਂਜ਼ੀਐਂਟ ਕਰੰਟ। ਟ੍ਰਾਂਜ਼ੀਐਂਟ ਮਤਲਬ ਜਿਹੜੇ ਥੋੜੀ ਦੇਰ ਲਈ ਚੱਲਣ, ਠੀਕ ਹੈ। ਇਹਦਾ ਜਿਵੇਂ ਹੁਣ ਮੰਨ ਲਓ ਕਿ ਕੰਡਕਟਰ ਪਿਆ ਹੋਵੇ, ਕੰਡਕਟਰ ਦੇ ਨੇੜੇ ਜੇ ਮੈਂ ਵੈਂਡੀਗ੍ਰਾਫ ਜਨਰੇਟਰ ਨੇੜੇ ਲੈ ਕੇ ਜਾਵਾਂਗਾ ਤਾਂ ਜਿਹੜੇ ਇਲੈਕਟ੍ਰੋਨ ਦੇ ਨੂੰ ਭੱਜ ਕੇ ਇੱਧਰ ਜਾਂ ਉੱਧਰ ਜਾਣਗੇ ਨਾ, ਤਾਂ ਜਿਹੜਾ ਥੋੜੀ ਦੇਰ ਲਈ ਕਰੰਟ ਚੱਲੇ ਉਹਨੂੰ ਬੋਲਦੇ ਆ ਟ੍ਰਾਂਜ਼ੀਐਂਟ ਕਰੰਟ, ਠੀਕ ਹੈ। ਲੇਕਿਨ ਅਸੀਂ ਕਿਵੇਂ ਦਾ ਕਰੰਟ ਚਾਹੁੰਦੇ ਆ? ਇੱਕ ਸਟੈਡੀ ਕਰੰਟ। ਸਟੈਡੀ ਕਰੰਟ ਦੇ ਲਈ ਆਪਾਂ ਨੂੰ ਕੀ ਕਰਨਾ ਪਏਗਾ, ਉਹਦੀ ਗੱਲ ਆਪਾਂ ਕਰਨ ਲੱਗੇ ਹਾਂ। ਸੁਣਿਓ ਧਿਆਨ ਨਾਲ ਗੱਲ। ਸਟੈਡੀ ਦਾ ਮਤਲਬ ਹੋ ਗਿਆ ਬੇਟਾ ਕਿ ਆਪਾਂ ਕਨਸਟੈਂਟ ਫਲੋ ਚਾਹੁੰਦੇ ਹਾਂ, ਠੀਕ ਹੈ, ਲਗਾਤਾਰ ਇੱਕੋ ਜਿੰਨਾ ਫਲੋ। ਹੁਣ ਜੇ ਮੈਂ ਧਿਆਨ ਨਾਲ ਦੇਖਾਂ ਵੀ ਪਾਣੀ ਨੇ ਐ ਤਾਂ ਆਪੇ ਹੀ ਆ ਜਾਣਾ, ਯਾਨੀ ਕਿ ਹਾਇਰ ਟੂ ਲੋਅਰ ਪੋਟੈਂਸ਼ੀਅਲ ਤਾਂ ਆਪੇ ਹੀ ਪਾਣੀ ਆਊਗਾ, ਹਨਾ। ਇਹ ਹਾਇਰ ਪੋਟੈਂਸ਼ੀਅਲ ਐਨਰਜੀ ਹੋ ਗਈ, ਉਰੇ ਆ ਕੇ ਲੋ ਪੋਟੈਂਸ਼ੀਅਲ ਐਨਰਜੀ ਹੋ ਜਾਣੀ ਹੈ, ਇਹਨਾਂ ਤੋਂ ਪਾਣੀ ਨੇ ਇੱਥੇ ਤਾਂ ਆਪੇ ਹੀ ਆ ਜਾਣਾ। ਰੌਲਾ ਕੀ ਹੁੰਦਾ ਹੈ ਕਿ ਇਹਨੂੰ ਕੀ ਕਰਨਾ ਪਏਗਾ, ਇਹਨੂੰ ਪਾਣੀ ਨੂੰ ਲੋਅਰ ਪੋਟੈਂਸ਼ੀਅਲ ਤੋਂ ਚੱਕ ਕੇ ਕਿੱਥੇ ਲੈ ਕੇ ਜਾਣਾ ਪਏਗਾ, ਹਾਇਰ ਪੋਟੈਂਸ਼ੀਅਲ ਤੇ ਲੈ ਕੇ ਜਾਣਾ ਪਏਗਾ। ਇਹਦੇ ਲਈ ਇਹਨੂੰ ਕੀ ਕਰਨਾ ਪਏਗਾ, ਵਰਕ ਕਰਨਾ ਪਏਗਾ। ਸਮਝੇ ਗੱਲ ਦੀ? ਤਾਂ ਇਹਨਾਂ ਮਤਲਬ ਕਿ ਸਾਡਾ ਵਰਕ ਦੋ ਤਰੀਕੇ ਨਾਲ એનર્ਜੀ ਦੀ ਖਪਤ ਜਾਂ ਵਰਕ ਹੋ ਰਿਹਾ ਹੈ। ਨੰਬਰ 1 ਤੇ ਇਹ ਵਾਲਾ, ਨੰਬਰ 2 ਤੇ ਇਸ ਪੰਪ ਨੂੰ ਕਰਨਾ ਪੈ ਰਿਹਾ ਜਦੋਂ ਉਹਨੂੰ ਲੋਅਰ ਟੂ ਹਾਇਰ ਪੋਟੈਂਸ਼ੀਅਲ એનર્ਜੀ ਦੇਣੀ ਪੈ ਰਹੀ ਹੈ ਤਾਂ ਕਿ ਲਗਾਤਾਰ ਇੱਕੋ ਜਿੰਨਾ ਫਲੋ ਬਣਿਆ ਰਹਿ ਸਕੇ। ਸਿਮਿਲਰਲੀ ਸਾਡੇ ਜਿਹੜੇ ਇਲੈਕਟ੍ਰਿਕ ਸਰਕਟ ਨੇ ਉਹਨਾਂ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਜਿਵੇਂ ਤੁਸੀਂ ਇਹਨੂੰ ਇਹਨੂੰ A ਤੇ B ਦਾ ਬੇਟੇ ਸਿੰਬੋਲਿਕ ਨੇ, ਚਾਹੇ ਤੁਸੀਂ A ਤੇ B ਇੱਥੇ ਲਿਖ ਲੈਂਦੇ, ਯਾਨੀ ਕਿ A ਤੇ B ਉਹ ਰਸਤਾ ਹੈ ਜਿਹੜਾ ਕਿ ਆਪਣੇ ਆਪ ਹੀ ਕਵਰ ਹੋ ਜਾਣਾ, ਠੀਕ ਹੈ। ਲੇਕਿਨ ਆਹ ਵਾਲਾ ਜਿਹੜਾ ਇੰਨਾ ਪਾਰਟ ਬਣਾਇਆ ਮੈਂ, ਆਹ ਵਾਲਾ ਸਾਰਾ, ਆਹ ਵਾਲਾ ਮੋਟਰ ਵਾਲਾ, ਆਹ ਸਾਰਾ, ਇਹ ਤਾਂ ਮੇਰੇ ਸਰਕਟ 'ਚ ਕਿੱਥੇ ਹੈ? ਹੁਣ ਸਾਨੂੰ ਪਤਾ ਹੈ ਕਿ ਜਦੋਂ ਅਸੀਂ ਕਿਸੇ ਵੀ ਤਾਰ ਨੂੰ ਕਿਸੇ ਬੈਟਰੀ ਦੇ ਨਾਲ, ਯਾਨੀ ਕਿ ਕਿਸੇ ਸੈੱਲ ਨਾਲ ਲਾਉਣੇ ਆ, ਜੇ ਅਸੀਂ ਇਹਨੂੰ ਕਲੋਜ਼ ਕਰ ਦਈਏ, ਕਲੋਜ਼ ਕਰ ਦਈਏ, ਤਾਂ ਜਿਹੜਾ ਚਾਰਜ ਹੈ ਉਹ ਹਾਇਰ ਤੋਂ ਲੋਅਰ ਪੋਟੈਂਸ਼ੀਅਲ ਦਾ ਆਪੇ ਹੀ ਚਲਾ ਜਾਂਦਾ ਹੈ, ਹਨਾ। ਇਲੈਕਟ੍ਰਿਕ ਫੀਲਡ ਸੈਟਅਪ ਹੋ ਜਾਂਦਾ ਨਾ, ਪੋਜ਼ਿਟਿਵ ਟੂ ਨੈਗੇਟਿਵ, ਤਾਂ ਜਿਹੜਾ ਚਾਰਜ ਹੈ ਉਹ ਹਾਇਰ ਟੂ ਲੋਅਰ ਤਾਂ ਉਹਨੇ ਆਪੇ ਹੀ ਚਲੇ ਜਾਣਾ। ਹੁਣ ਜੇ ਤੁਸੀਂ ਲਗਾਤਾਰ ਚਲਾਉਣਾ ਚਾਹੁੰਦੇ ਹੋ ਤਾਂ ਮਤਲਬ ਇਹਨੂੰ ਕੋਈ ਜਾਦੂ ਕਰਨਾ ਪੈਣਾ। ਹੁਣ ਜਿਹੜੇ ਸੈੱਲ ਹੁੰਦੇ ਨੇ ਜਾਂ ਜਿਹੜੀਆਂ ਬੈਟਰੀਜ਼ ਨੇ, ਜਿਹੜਾ ਸੋਰਸ ਆਫ EMF ਹੈ, ਇਹ ਕਈ ਤਰ੍ਹਾਂ ਦਾ ਹੁੰਦਾ ਬੇਟੇ, ਠੀਕ ਹੈ। ਇੱਕ ਤਾਂ ਬੈਟਰੀਜ਼ ਹੋ ਗਈਆਂ। ਹੁਣ ਇਹਨਾਂ ਦਾ ਕੰਮ ਕੀ, ਇਹਨਾਂ ਦੇ ਅੰਦਰ ਬੈਟਰੀ ਦੇ ਅੰਦਰ ਆਮ ਤੌਰ ਤੇ, ਜਿਵੇਂ ਹੁਣ ਆ ਮੇਰੇ ਕੋਲ ਬੈਟਰੀ ਹੈ, ਇਹ ਰੀਚਾਰਜੇਬਲ ਬੈਟਰੀ ਹੈ, ਇਹਦੇ ਅੰਦਰ ਕੈਮੀਕਲ ਰਿਐਕਸ਼ਨ ਹੁੰਦੀ ਹੈ ਤੇ ਕੈਮੀਕਲ ਰਿਐਕਸ਼ਨ ਨਾਲ ਲਗਾਤਾਰ ਇੱਕੋ ਜਿੰਨਾ ਪੋਟੈਂਸ਼ੀਅਲ ਡਿਫਰੈਂਸ ਬਣਾਇਆ ਜਾਂਦਾ ਹੈ, ਠੀਕ ਹੈ। ਯਾਨੀ ਕਿ ਇੱਥੇ ਲਗਾਤਾਰ ਇੱਕੋ ਜਿੰਨਾ ਪੋਟੈਂਸ਼ੀਅਲ ਡਿਫਰੈਂਸ ਬਣਾਇਆ ਜਾਂਦਾ ਹੈ। ਲੇਕਿਨ ਇਸ ਤੋਂ ਇਲਾਵਾ ਜਿਵੇਂ ਇਲੈਕਟ੍ਰਿਕ ਜਨਰੇਟਰ ਨੇ, ਉਹ ਵੀ ਸੋਰਸ ਆਫ EMF ਨੇ, ਉਹ ਆਪਦੇ ਤਰੀਕੇ ਨਾਲ ਦਿੰਦੇ ਨੇ, ਆਪਾਂ ਅੱਗੇ ਜਾ ਕੇ ਪੜਾਂਗੇ। ਇਸ ਤੋਂ ਇਲਾਵਾ ਪੁਰਾਣੇ ਵੇਲਿਆਂ 'ਚ ਇੱਕ ਸਿਲੇਬਸ 'ਚ ਹੁੰਦਾ ਸੀ ਥਰਮੋਕਪਲ, ਐਂਡ ਜਦੋਂ ਮੈਂ +2 'ਚ ਸੀ ਤਾਂ ਮੇਰਾ ਉਹ ਪ੍ਰੋਜੈਕਟ ਵੀ ਸੀਗਾ। ਉਹਦੇ 'ਚ ਕੀ ਕਰਦੇ ਨੇ ਕਿ ਦੋ ਤਾਰਾਂ ਲੈ ਕੇ ਡਿਫਰੈਂਟ ਮਟੀਰੀਅਲ, ਜਿਵੇਂ ਕਾਪਰ ਦੀ ਲੈ ਲਈ, ਇੱਕ ਆਇਰਨ ਦੀ, ਉਹਨਾਂ ਨੂੰ ਜੋੜ ਦਿੰਦੇ ਨੇ। ਜੋੜਨ ਤੋਂ ਬਾਅਦ ਇੱਕ ਹਿੱਸਾ ਗਰਮ ਕਰਦੇ ਨੇ, ਦੂਜਾ ਹਿੱਸਾ ਕਰਦੇ ਠੰਡਾ, ਉਹਦੇ 'ਚ ਕਰੰਟ ਚੱਲਣ ਲੱਗ ਪੈਂਦਾ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਮਹਾਓ ਤੁਹਾਨੂੰ ਇੱਕ ਇਦਾਂ ਦਾ ਐਕਸਟਰਨਲ ਸੋਰਸ ਚਾਹੀਦਾ ਜਿਹੜਾ ਸਾਡੇ ਉਧਰ ਮੋਟਰ ਕਰਦੀ ਵੀ ਸੀ, ਜਿਹੜਾ ਉਹ ਪੰਪ ਜਿਹਾ ਕਰਦਾ ਪਿਆ ਸੀ, ਉਹੀ ਕੰਮ ਇੱਧਰ ਹੀ ਕਰੇ। ਯਾਨੀ ਕਿ ਇੰਨਾ ਸਰਕਟ ਉਰੇ ਇਹੀ ਕੁਝ ਹੋ ਰਿਹਾ ਹੈ ਕਿ ਲਗਾਤਾਰ ਇੱਕੋ ਜਿੰਨਾ ਪੋਟੈਂਸ਼ੀਅਲ ਡਿਫਰੈਂਸ ਲਿਆਉਣ ਲਈ ਚਾਰਜ ਨੂੰ ਲੋਅਰ ਪੋਟੈਂਸ਼ੀਅਲ ਤੋਂ ਚੱਕ ਕੇ ਹਾਇਰ ਪੋਟੈਂਸ਼ੀਅਲ ਤੱਕ ਭੇਜਿਆ ਜਾ ਰਿਹਾ ਹੈ, ਠੀਕ ਹੈ। ਹੁਣ ਇਨ ਦਿਸ ਹੋਲ ਕੇਸ ਮੰਨ ਲਓ ਕਿ ਜਿਹੜਾ ਵਰਕ ਡਨ ਪਰ ਯੂਨਿਟ ਚਾਰਜ ਹੈ, ਮੈਂ ਸਿਰਫ ਇਹਦੀ ਗੱਲ ਕਰਾਂਗਾ, ਜਿਹੜਾ ਵਰਕ ਡਨ ਪਰ ਯੂਨਿਟ ਚਾਰਜ ਹੈ ਉਹ ਕਿੰਨਾ ਹੋ ਰਿਹਾ ਬੇਟੇ, ਆਪਾਂ E ਨਾਮ ਦੇ ਦਿੰਦੇ ਹਾਂ, ਠੀਕ ਹੈ। E ਵਰਕ ਹੋ ਰਿਹਾ। ਜੇਕਰ E ਵਰਕ ਡਨ ਪਰ ਯੂਨਿਟ ਚਾਰਜ ਹੋ ਰਿਹਾ ਤਾਂ ਹੁਣ E ਕਿੱਥੇ ਕਿੱਥੇ ਯੂਜ਼ ਹੋ ਰਿਹਾ? ਨੰਬਰ 1 ਤੇ ਪੱਕੀ ਗੱਲ ਹੈ ਕਿ ਇੱਕ ਤਾਂ ਆ ਪੋਟੈਂਸ਼ੀਅਲ ਡਿਫਰੈਂਸ ਹੋ ਗਿਆ ਬੇਟੇ, A ਤੋਂ ਲੈ ਕੇ B ਤੱਕ, ਆਹ ਜਿਹੜਾ ਆਪਣੇ ਆਪ ਹੋ ਜਾਣਾ। ਤੁਸੀਂ ਇਹ ਨਾ ਸਮਝਣਾ ਮੈਂ ਫਿਰ ਕਹਿ ਰਿਹਾ A ਤੇ B ਲਿਖਿਆ ਇੱਥੇ, ਇਹਦਾ ਮਤਲਬ ਸਾਰਾ ਰਸਤਾ ਹੋ ਸਕਦਾ।
ਤਾਂ ਇੱਕ ਤਾਂ ਪੋਟੈਂਸ਼ੀਅਲ ਡਿਫਰੈਂਸ ਹੋ ਗਿਆ ਜਿਹੜਾ ਕਿ ਇੱਥੋਂ ਲੈ ਕੇ ਇੱਥੋਂ ਤੱਕ ਆ ਵਰਕ ਹੋ ਰਿਹਾ ਪਰ ਯੂਨਿਟ ਚਾਰਜ V, ਸਮਝ ਆ ਗਈ। ਪਲੱਸ ਦੂਜਾ ਵਰਕ ਕਿੱਥੇ ਹੋ ਰਿਹਾ ਜਿਹੜਾ ਸੈੱਲ ਦੇ ਅੰਦਰ ਹੋ ਰਿਹਾ ਉਹਦਾ ਨਾਮ ਆਪਾਂ ਕੀ ਰੱਖਤਾ W, ਠੀਕ ਹੈ। ਸੋ ਸੋਰਸ ਜਿਹੜਾ ਹੈ, ਸੋਰਸ ਦੀ ਜਿਹੜੀ ਟੋਟਲ એનર્ਜੀ ਦੀ ਖਪਤ ਉਹ ਦੋ ਜਗ੍ਹਾ ਤੇ ਹੋ ਰਹੀ ਹੈ, ਆਪਾਂ ਇਦਾਂ ਲੈ ਲੈਨੇ ਪਰ ਇਹ ਧਿਆਨ ਰੱਖਣਾ ਸਾਰਾ ਕੁਝ ਵਰਕ ਡਨ ਪਰ ਯੂਨਿਟ ਚਾਰਜ ਹੈ, ਯਾਨੀ ਕਿ ਇਹਦੇ ਯੂਨਿਟ ਜਿਹੜੇ ਹੋਣਗੇ ਕੀ ਹੋਣਗੇ ਵੋਲਟ, ਠੀਕ ਹੈ। ਆਪਾਂ ਵਰਕ ਡਨ ਪਰ ਯੂਨਿਟ ਚਾਰਜ ਕੱਢ ਰਹੇ ਹਾਂ। ਹੁਣ ਤੁਸੀਂ ਸਾਰਿਆਂ ਨੇ ਕੀ ਇਮੇਜਿਨ ਕਰਨਾ ਹੈ, ਜੇਕਰ ਮੰਨ ਲਓ ਇਸ ਕੀ ਨੂੰ ਮੈਂ ਓਪਨ ਕਰਦਾ ਤਾਂ ਕੀ ਹੋਊਗਾ, ਜੇ ਕੀ ਨੂੰ ਕਲੋਜ਼ ਕਰਦੇ ਹਾਂ ਤਾਂ ਕੀ ਹੋਏਗਾ। ਤਾਂ ਆਪਾਂ ਇਹਨੂੰ ਐ ਕਰਦੇ ਹਾਂ ਇੱਕ ਡੈਮੋਨਸਟ੍ਰੇਸ਼ਨ ਦੇ ਨਾਲ ਨਾਲ ਕਰਦੇ ਹਾਂ। ਸੋ ਮੈਂ ਇੱਕ ਸੈਟਅਪ ਲਾ ਲਾਂ ਫਿਰ ਤੁਹਾਨੂੰ ਨਾਲ ਨਾਲ ਡੈਮੋਨਸਟ੍ਰੇਸ਼ਨ ਦਿਖਾਉਣਾ ਬੇਟੇ। ਤਾਂ ਬੇਟਾ ਤੁਸੀਂ ਸਕਰੀਨ ਤੇ ਦੇਖ ਰਹੇ ਹੋਣੇ ਹੋ ਕਿ ਸਕਰੀਨ ਤੇ ਤੁਹਾਨੂੰ ਕੀ ਦਿਖ ਰਿਹਾ ਹੈ ਕਿ ਆ ਮੇਰੇ ਕੋਲ ਇਹ ਬੇਟਾ ਦੋ ਸੈੱਲ ਨੇ 1.5 ਤੇ 1.5 ਵੋਲਟ ਦੇ। ਇਹਨਾਂ ਦੋਹਾਂ ਨੂੰ ਥੋੜਾ ਜਿਹਾ ਤੁਹਾਨੂੰ ਸਰਕਟ ਨੂੰ ਧਿਆਨ ਨਾਲ ਸਮਝਣਾ ਪੈਣਾ ਮੈਂ ਕਿੱਦਾਂ ਦਾ ਬਣਾਇਆ, ਠੀਕ ਹੈ। ਆਹ ਇੱਕ LED ਹੈ ਬੇਟੇ, ਆ ਨਾਲ ਆਪਾਂ ਹੁਣੇ ਥੋੜੀ ਦੇਰ ਬਾਅਦ ਪੜਾਂਗੇ, ਮਤਲਬ ਇੱਕ ਦੋ ਲੈਕਚਰਾਂ ਤੋਂ ਬਾਅਦ। ਇਹ ਰੈਜ਼ਿਸਟੈਂਸ ਹੈ ਬੇਟੇ। ਸੋ ਇਹ ਕਿਉਂ ਲਗਾਈ ਜਾਂਦੀ ਹੈ ਤਾਂ ਕਿ LED ਸੜੇ ਨਾ। ਇੱਕ ਵਾਰ ਤੁਸੀਂ ਇੰਨਾ ਸਮਝ ਲਓ ਕਿਉਂਕਿ ਕਰੰਟ ਬਹੁਤ ਜ਼ਿਆਦਾ ਚੱਲ ਸਕਦਾ ਹੈ, ਸੋ ਇਹਨੂੰ ਮੈਂ ਤਾਂ ਲਗਾਇਆ ਹੋਇਆ, ਠੀਕ ਹੈ। ਹੁਣ ਅਗਲੀ ਗੱਲ ਇਹ ਆਉਂਦੀ ਹੈ ਕਿ ਜੇ ਮੈਂ ਇਹਨੂੰ ਨਾ ਲਾਵਾਂ, ਸਿਰਫ ਇਹਨਾਂ ਨੂੰ ਜੋੜਦਾ ਹੈ ਕਰਕੇ ਆਹ ਦੋਨੇ ਵੇਖਾਂ ਵਾਲੇ ਐਂਡ, ਤਾਂ ਆਹ ਵਾਲਾ ਐਂਡ ਜਿਹੜਾ ਹੈ ਇਹ ਮੇਰਾ ਬੈਟਰੀ ਦਾ ਪੋਜ਼ਿਟਿਵ ਐਂਡ ਹੈ, ਆਹ ਵਾਲਾ ਨੈਗੇਟਿਵ ਐਂਡ ਹੈ। ਜੇ ਮੈਂ ਮਲਟੀਮੀਟਰ ਦੀ ਹੈਲਪ ਨਾਲ ਵੋਲਟੇਜ ਚੈੱਕ ਕਰਨੀ ਚਾਹਾਂ ਤਾਂ ਜੇ ਮੈਂ ਪੋਜ਼ਿਟਿਵ ਵਾਲੇ ਪਾਸੇ ਇਹਨੂੰ ਲਾ ਲਾਂ, ਰਾਈਟ, ਤੇ ਨੈਗੇਟਿਵ ਵਾਲੇ ਪਾਸੇ ਇਹਨੂੰ ਲਾ ਲਾਂ ਤਾਂ ਤੁਸੀਂ ਵੋਲਟਮੀਟਰ ਤੇ ਰੀਡਿੰਗ ਨੋਟ ਕਰਨੀ ਬੇਟੇ। ਕਿੰਨੀ ਆ ਰਹੀ ਹੈ 3.10। ਤੁਸੀਂ ਇੱਕ ਵਾਰੀ ਪਲੀਜ਼ ਨੋਟ ਕਰ ਲੈਣਾ। ਇਸ ਵਕਤ ਮੈਂ ਇਸ ਸੈੱਲ ਨੂੰ ਯੂਜ਼ ਨਹੀਂ ਕਰ ਰਿਹਾ ਸਿੰਪਲੀ ਕਿਉਂਕਿ ਮੈਂ ਜੇ ਕਰੰਟ ਨਹੀਂ ਚਲਾਇਆ। ਹੁਣ ਜੇ ਮੈਂ ਇਹਨਾਂ ਨੂੰ ਜੋੜਦਾ ਬੇਟੇ, ਇਹ ਆ ਲਓ ਦੇਖੋ LED ਜਿਹੜੀ ਹੈ ਉਹ ਜਗਣ ਲੱਗ ਪਈ। ਹੁਣ ਜਦੋਂ LED ਗਲੋ ਕਰ ਰਹੀ ਹੈ, ਹੁਣ ਜੇਕਰ ਮੈਂ ਦੋਨਾਂ ਐਂਡਸ ਦੇ ਵਿਚਕਾਰ ਪੋਟੈਂਸ਼ੀਅਲ ਡਿਫਰੈਂਸ ਕੱਢਾਂ ਤਾਂ ਧਿਆਨ ਨਾਲ ਦੇਖੋ ਅੱਗੇ ਨਾਲੋਂ ਰੀਡਿੰਗ ਕੀ ਆ ਰਹੀ ਹੈ, ਘੱਟ ਆ ਰਹੀ ਹੈ, ਹਨਾ। ਇਹਦਾ ਮਤਲਬ ਜਿਹੜੇ ਟਰਮੀਨਲ ਸੀਗੇ, ਗੱਲ ਨੂੰ ਨੋਟਿਸ ਕਰਨਾ ਧਿਆਨ ਨਾਲ, ਜਿਹੜੇ ਟਰਮੀਨਲ ਨੇ ਜਿੱਥੇ ਮੈਂ ਵੋਲਟ, ਮੈਂ ਤਾਂ ਬਾਹਰ ਹੀ ਲਾਵਾਂਗਾ ਨਾ ਬੇਟੇ, ਜਦੋਂ ਬਾਹਰ ਲਗਾ ਰਿਹਾ ਤਾਂ ਜਿਹੜੇ ਬਾਹਰ ਵਾਲੇ ਟਰਮੀਨਲਸ ਨੇ ਉੱਥੇ ਜਿਹੜੀ ਪੋਟੈਂਸ਼ੀਅਲ ਹੈ ਉਹ ਜਦੋਂ ਕਰੰਟ ਚੱਲਣ ਲੱਗ ਪੈਂਦਾ ਉਹ ਘਟ ਜਾਂਦਾ, ਕਿਉਂਕਿ ਕੁਝ ਵਰਕ ਕਿੱਥੇ ਹੋਣ ਲੱਗ ਪੈਂਦਾ, ਸੈੱਲ ਦੇ ਅੰਦਰ ਹੋਣ ਲੱਗ ਪੈਂਦਾ। ਪਲੀਜ਼ ਸਮਝੋ ਇਸ ਗੱਲ ਨੂੰ। ਹੁਣ ਮੇਰੀ ਜਿਹੜੀ ਰੀਡਿੰਗ 2 ਪੁਆਇੰਟ ਸਮਥਿੰਗ ਆ ਰਹੀ ਸੀ ਉਹਦਾ ਕਾਰਨ ਇਹ ਸੀਗਾ, ਠੀਕ ਹੈ। ਜਦੋਂ ਸੈੱਲ ਕੰਮ ਕਰਨ ਲੱਗ ਪੈਂਦਾ, ਸੈੱਲ ਦੇ ਅੰਦਰ ਵਰਕ ਹੁੰਦਾ ਹੈ, ਤਾਂ ਇਹਦਾ ਮਤਲਬ ਜੇ ਅੰਦਰ ਵਰਕ ਹੋਏਗਾ ਤਾਂ ਕੁਝ ਵਰਕ ਉੱਥੇ ਹੋ ਗਿਆ, ਇਸ ਕਰਕੇ ਸਾਡੇ ਕੋਲ ਬਾਹਰ ਅਵੇਲੇਬਿਲਿਟੀ ਘਟ ਜਾਂਦੀ ਹੈ, ਸਮਝੇ। ਲੇਕਿਨ ਜੇ ਮੈਂ ਇਹਨੂੰ ਓਪਨ ਕਰਦਾ, ਜੇ ਆਪਾਂ ਇਹਨੂੰ ਓਪਨ ਕਰਾਂਗੇ ਤਾਂ ਇਹਨਾਂ ਮਤਲਬ ਸਰਕਟ 'ਚ ਕਰੰਟ ਨਹੀਂ ਚੱਲੇਗਾ, ਯਾਨੀ ਕਿ ਇੱਥੇ ਕੋਈ ਵਰਕ ਨਹੀਂ ਹੋਏਗਾ। ਜੇ ਇੱਥੇ ਵਰਕ ਨਹੀਂ ਹੋਏਗਾ ਤਾਂ ਇਹਨਾਂ ਮਤਲਬ ਪੱਕੀ ਗੱਲ ਹੈ ਕਿ W ਕਿੰਨਾ ਹੋ ਜਾਏਗਾ, 0 ਹੋ ਜਾਏਗਾ। ਇਹਨਾਂ ਮਤਲਬ ਪੱਕੀ ਗੱਲ ਹੈ ਫਿਰ E ਕਿੰਨੇ ਬਰਾਬਰ ਹੋਏਗਾ, V ਦੇ ਬਰਾਬਰ ਹੋਏਗਾ। ਯਾਨੀ ਕਿ ਜਿਹੜੀ ਸੋਰਸ ਕੋਲ ਅਵੇਲੇਬਲ એનર્ਜੀ ਹੈ ਪਰ ਯੂਨਿਟ ਚਾਰਜ ਨੂੰ ਅਸੀਂ EMF ਕਹਿੰਦੇ ਹਾਂ, ਉਹ ਸਿੱਧੀ ਕਿੰਨੇ ਬਰਾਬਰ ਹੋਏਗੀ ਜਿੰਨਾ ਟਰਮੀਨਲਸ ਤੇ ਸਾਨੂੰ ਪੋਟੈਂਸ਼ੀਅਲ ਮਿਲਣਾ ਹੈ ਵੋਲਟਮੀਟਰ ਤੋਂ। ਯਾਨੀ ਕਿ ਮੇਰੇ ਕਹਿਣ ਦਾ ਮਤਲਬ ਹੈ ਕਿ ਜੇ ਮੰਨ ਲਓ ਮੇਰੇ ਕੋਲ ਆਹ ਬੈਟਰੀ ਹੈ ਬੇਟੇ, ਐਂਡ ਜੇ ਮੇਰੇ ਕੋਲ ਆਹ ਦੋ ਟਰਮੀਨਲ ਨੇ ਇਹਦੇ, ਮੈਂ ਤੁਹਾਨੂੰ ਇੱਕ ਬੈਟਰੀ ਹੋਰ ਦਿਖਾਉਣਾ, ਉਹਦੇ ਤੇ ਜੇ ਮੈਂ ਇਹਨੂੰ ਬਿਨਾਂ ਕਿਸੇ ਮਤਲਬ ਇਹਨੂੰ ਕਿਸੇ ਬਲਬ ਨਾਲ ਨਹੀਂ ਜੋੜਨਾ, ਬਿਨਾਂ ਬਲਬ ਨਾਲ ਜੋੜੇ ਜੇ ਮੈਂ ਇਹਦੇ ਤੇ ਵੋਲਟਮੀਟਰ ਲਾ ਕੇ ਦੇਖਾਂ, ਯਾਨੀ ਕਿ ਮਲਟੀਮੀਟਰ ਲਾ ਕੇ ਦੇਖਾਂ, ਜਿਹੜੀ ਰੀਡਿੰਗ ਹੁਣ ਆਏਗੀ, ਯਾਨੀ ਕਿ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਇਹਨੇ ਮੇਨਟੇਨ ਕਰਕੇ ਰੱਖਿਆ ਹੋਇਆ ਹੈ, ਹਨਾ। ਵਰਕ ਤਾਂ ਇਹਨੂੰ ਕਰਨਾ ਹੀ ਪੈਂਦਾ ਹੋਊਗਾ, ਇਹਨੂੰ ਪੋਜ਼ਿਟਿਵ ਰੱਖਣ ਵਾਸਤੇ, ਉਹਨੂੰ ਨੈਗੇਟਿਵ ਕਰਨ ਵਾਸਤੇ। ਜੇ ਆਪਾਂ ਇਹਨੂੰ ਟੱਚ ਕਰ ਦਿੰਦੇ ਆ ਤਾਂ ਫਿਰ ਉਹ ਕੀ ਕਰਦਾ, ਫਿਰ ਉਹ ਅੰਦਰ ਹੋਰ ਹਲਚਲ ਕਰਨ ਲੱਗ ਪੈਂਦਾ, ਜਿਹਦੇ ਕਰਕੇ ਆਹ ਵੱਧ ਜਾਂਦਾ, ਠੀਕ ਹੈ। ਜੇ ਇਹ ਨਾ ਹੋਏਗਾ ਤਾਂ ਇਹਨਾਂ ਤੋਂ ਜਿਹੜਾ ਬਾਹਰ ਅਵੇਲੇਬਲ ਹੋਏਗਾ ਉਹਨੂੰ ਅਸੀਂ ਕਿਹਦੇ ਬਰਾਬਰ ਲਵਾਂਗੇ, E ਦੇ, ਯਾਨੀ ਕਿ ਉਹ ਕੀ ਹੋਏਗਾ EMF, ਠੀਕ ਹੈ। ਤਾਂ ਫਿਰ EMF ਦੀ ਡੈਫੀਨੇਸ਼ਨ ਕੀ ਬਣੀ, ਅਸੀਂ ਬੋਲਾਂਗੇ ਇਹ ਮੈਕਸਿਮਮ ਪੋਟੈਂਸ਼ੀਅਲ ਡਿਫਰੈਂਸ ਹੈ ਬਿਟਵੀਨ ਦਾ ਇਲੈਕਟ੍ਰੋਡਸ। ਹੁਣ ਮੈਕਸਿਮਮ ਪੋਟੈਂਸ਼ੀਅਲ ਡਿਫਰੈਂਸ ਕਦੋਂ ਆਏਗਾ, ਜਦੋਂ ਅੰਦਰ ਵਰਕ ਨਾ ਹੋ ਰਿਹਾ ਹੋਵੇ। ਸੋ ਮੈਕਸਿਮਮ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਦੀ ਇਲੈਕਟ੍ਰੋਡਸ ਆਫ ਅ ਸੈਲ ਵੈਨ ਨੋ ਕਰੰਟ ਇਜ਼ ਬੀਇੰਗ ਡਰਾਨ, ਜਦੋਂ ਕਰੰਟ ਚੱਲਦਾ ਹੀ ਨਾ ਹੋਵੇ। ਇਜ਼ ਦੈਟ ਓਕੇ। ਸੋ ਇਹ ਹੈ ਬੇਟੇ EMF, ਇਹਨੂੰ ਪੜ੍ਹਨਾ ਜ਼ਰੂਰ ਹੈ, ਠੀਕ ਹੈ। ਸੋ ਪੁੱਤ ਅੱਜ ਦਾ ਲੈਕਚਰ ਜਿਹੜਾ ਹੈ ਉਹਨੂੰ ਆਪਾਂ ਇੱਥੇ ਰੋਕਦੇ ਹਾਂ। ਅਗਲੇ ਲੈਕਚਰ ਦੇ ਵਿੱਚ ਆਪਾਂ ਡ੍ਰਿਫਟ ਸਪੀਡ ਦਾ ਟੌਪਿਕ ਪੜ੍ਹਨਾ ਹੈ, ਵੈਰੀ ਇੰਪੋਰਟੈਂਟ। ਓਮਸ ਲੋ ਪੜ੍ਹਨਾ ਹੈ, ਵੈਰੀ ਇੰਪੋਰਟੈਂਟ। ਪ੍ਰੈਕਟਿਸ ਕਰਕੇ ਆਇਓ ਬਸ, ਠੀਕ ਹੈ। ਸੋ ਮਿਲਦੇ ਹਾਂ ਨੈਕਸਟ ਲੈਕਚਰ 'ਚ।